ਅਕਾਲ ਨਮਸਕਾਰ। ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਪੰਜਾਬ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਆ। ਉਸ ਦੇ ਵਿੱਚ ਜਿਸ ਤਰ੍ਹਾਂ ਕਿ ਲੱਗ ਰਿਹਾ ਸੀਗਾ ਕਿ ਇਸ ਵਾਰ ਪੰਜਾਬ ਦੇ ਲੋਕ ਬਦਲਾਅ ਦੀ ਮੂਡ 'ਚ ਨੇ ਤੇ ਉਸ ਤਰ੍ਹਾਂ ਹੀ ਜਿਹੜੇ ਨਤੀਜੇ ਸਾਹਮਣੇ ਆਏ, ਜਿਸ ਤਰ੍ਹਾਂ ਅਸੀਂ ਵੀ ਆਪਣੀਆਂ ਪਹਿਲੀਆਂ ਚਰਚਾਵਾਂ 'ਚ ਇਹ ਗੱਲ ਕਹਿੰਦੇ ਰਹੇ ਹਾਂ ਕਿ ਹੈਰਾਨੀਜਨਕ ਹੋਣਗੇ ਇਸ ਵਾਰ ਦੇ ਨਤੀਜੇ, ਤੇ ਉਸ ਤਰ੍ਹਾਂ ਹੀ ਇਹ ਗੱਲ ਸਾਹਮਣੇ ਆਈ। ਇਸ ਵੇਲੇ ਆਮ ਆਦਮੀ ਪਾਰਟੀ ਨੂੰ 92 ਸੀਟਾਂ, ਕਾਂਗਰਸ ਨੂੰ 18 ਸੀਟਾਂ, ਅਕਾਲੀ ਦਲ ਨੂੰ 3 ਸੀਟਾਂ ਤੇ ਬੀਜੇਪੀ ਨੂੰ 2 ਸੀਟਾਂ, ਬੀਐਸਪੀ ਨੂੰ 1 ਸੀਟ ਤੇ 1 ਆਜ਼ਾਦ ਉਮੀਦਵਾਰ ਜਿੱਤਿਆ। ਔਰ ਇਹ ਅਸੀਂ ਦੇਖਦੇ ਹਾਂ ਕਿ ਸਮੁੱਚੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਾਰੇ ਸਮੀਕਰਨ ਬਦਲ ਗਏ। ਔਰ ਉਸ ਦੇ ਵਿੱਚ ਮਾਲਵੇ ਦੇ ਅੰਦਰ ਤਾਂ ਖਾਸ ਕਰਕੇ ਜਿਹੜਾ ਕਦੇ ਅਕਾਲੀ ਦਲ ਦਾ ਤੇ ਕਾਂਗਰਸ ਦਾ ਗੜ੍ਹ ਹੁੰਦਾ ਸੀ, ਉੱਥੇ ਆਪ ਦੀ ਹਨੇਰੀ ਨੇ 66 ਸੀਟਾਂ ਉਸ ਨੂੰ ਦਵਾਈਆਂ। ਤੇ ਅਸੀਂ ਦੇਖਦੇ ਹਾਂ ਕਿ 11 ਜ਼ਿਲ੍ਹੇ ਐਸੇ ਹੈ ਜਿਨ੍ਹਾਂ ਵਿੱਚ ਨਾ ਕਿਸੇ ਹੋਰ ਪਾਰਟੀ ਦਾ ਖਾਤਾ ਹੀ ਨਹੀਂ ਖੁੱਲਿਆ, ਔਰ 20 ਜ਼ਿਲ੍ਹੇ ਐਸੇ ਹੈ ਜਿਨ੍ਹਾਂ 'ਚ ਅਕਾਲੀ ਦਲ ਦੀ ਕੋਈ ਸੀਟ ਹੀ ਨਹੀਂ ਆਈ। ਇਸ ਤਰ੍ਹਾਂ ਹੀ 15 ਜ਼ਿਲ੍ਹੇ ਐਸੇ ਹੈ ਜਿੱਥੇ ਕਾਂਗਰਸ ਨੂੰ ਨਹੀਂ ਕੁਝ ਲੱਭਿਆ। ਸੋ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਸਾਰੇ ਬਣੀ ਹੈਗੀ ਹੈ ਚੋਣ ਨਤੀਜਿਆਂ ਦੇ ਜਦੋਂ ਸਾਹਮਣੇ ਆਉਣ ਤੋਂ ਬਾਅਦ, ਤਾਂ ਉਸ ਸਥਿਤੀ ਨੂੰ ਦੇਖਦਿਆਂ ਕਿਸ ਤਰ੍ਹਾਂ ਦਾ ਪੰਜਾਬ ਨਵਾਂ ਬਣੇਗਾ, ਜਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਵਿੱਚ ਨਵਾਂ ਸਿਆਸੀ ਦੌਰ ਸ਼ੁਰੂ ਹੋ ਗਿਆ ਹੈ, ਤਾਂ ਉਸ ਨਵੇਂ ਸਿਆਸੀ ਦੌਰ ਦੇ ਵਿੱਚ ਜਿਸ ਤਰ੍ਹਾਂ ਪੁਰਾਣੇ ਜਿਹੜੇ ਸਾਰੇ ਸਿਆਸੀ ਖਿਡਾਰੀ ਸੀ, ਸਿਰਮੌਰ ਖਿਡਾਰੀ ਸੀ, ਉਹ ਸਾਰੇ ਹੀ ਮੈਦਾਨ 'ਚੋਂ ਬਾਹਰ ਕਰ ਦਿੱਤੇ ਆ ਲੋਕਾਂ ਨੇ। ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਚਾਹੇ ਕੈਪਟਨ ਅਮਰਿੰਦਰ ਸਿੰਘ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਹੋਣ, ਚਾਹੇ ਨਵਜੋਤ ਸਿੰਘ ਸਿੱਧੂ ਹੋਣੀ ਹੋਣ, ਇਹ ਸਾਰਿਆਂ ਨੂੰ ਹੀ ਲੋਕਾਂ ਨੇ ਬਾਹਰ ਕਰਤਾ। ਔਰ ਇਸ ਸਥਿਤੀ ਦੇ ਵਿੱਚ ਅੱਗੇ ਜਿਹੜੀ ਪੰਜਾਬ ਹੈ ਉਹਦੇ 'ਚ ਨਵੀਂ ਲੀਡਰਸ਼ਿਪ ਕੀ ਨਵਾਂ ਲੈ ਕੇ ਆਉਂਦੀ ਹੈ, ਇਹ ਦੇਖਣ ਵਾਲੀ ਗੱਲ ਹੋਏਗੀ। ਇਹ ਸਾਰੇ ਉਹਦੇ ਉੱਤੇ ਚਰਚਾ ਕਰਨ ਲਈ ਅੱਜ ਸਾਡੇ ਨਾਲ ਸਾਡੇ 3 ਵਿਸ਼ੇਸ਼ ਮਹਿਮਾਨ ਨੇ। ਸ਼੍ਰੀ ਜਸਪਾਲ ਸਿੰਘ ਸਿੱਧੂ ਜਿਹੜੇ ਸੀਨੀਅਰ ਪੱਤਰਕਾਰ ਨੇ ਤੇ ਜਿਨ੍ਹਾਂ ਦਾ ਪਿਛਲੇ 5 ਦਹਾਕਿਆਂ ਤੋਂ ਪੰਜਾਬ ਦੀ ਰਾਜਨੀਤੀ ਨੂੰ ਦੇਖਣ ਦਾ ਔਰ ਉਸ ਦੇ ਨੂੰ ਸਮਝਣ ਦਾ ਉਹਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ ਹੈ। ਦੂਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਸ਼੍ਰੀ ਸਤਨਾਮ ਚਾਨਣਾ ਜੀ, ਜਿਹੜੇ ਉੱਘੇ ਬੁੱਧੀਜੀਵੀ, ਉੱਘੇ ਚਿੰਤਕ ਨੇ ਤੇ ਪੰਜਾਬ ਦੇ ਜਿਹੜੇ ਮਸਲੇ ਹੈ ਉਹਨਾਂ ਦਾ ਬੜੀ ਡੂੰਘਾਈ ਨਾਲ ਉਹ ਧਿਆਨ ਰੱਖਦੇ ਆ ਤੇ ਉਹਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ ਹੈ ਇਹਨਾਂ ਚੋਣਾਂ ਦੇ ਜਿਹੜੇ ਨਤੀਜੇ ਆਏ ਉਹਨਾਂ ਦੇ ਬਾਰੇ। ਤੀਸਰੇ ਸਾਡੇ ਵਿਸ਼ੇਸ਼ ਮਹਿਮਾਨ ਨੇ ਜਸਪਾਲ ਛੇਤਰਾ ਜੀ, ਉਹ ਵੀ ਸੀਨੀਅਰ ਪੱਤਰਕਾਰ ਨੇ ਤੇ ਉਹਨਾਂ ਦਾ ਵੀ ਲਗਭਗ ਪਿਛਲੇ 4 ਦਹਾਕਿਆਂ ਦਾ ਤਜਰਬਾ ਹੈ ਕਿ ਉਹ ਪੰਜਾਬ ਦੀ ਰਾਜਨੀਤੀ ਨੂੰ ਬੜਾ ਨੇੜਿਓਂ ਦੇਖਦੇ ਆ ਤੇ ਉਹਨਾਂ ਦਾ ਵੀ ਇੱਕ ਆਪਣਾ ਦ੍ਰਿਸ਼ਟੀਕੋਣ ਹੈ ਇਹਨਾਂ ਚੋਣਾਂ ਦੇ ਬਾਰੇ। ਮੈਂ ਆਪਣੇ ਤਿੰਨਾਂ ਮਹਿਮਾਨਾਂ ਨੂੰ, ਸਿੱਧੂ ਸਾਹਿਬ, ਚਾਨਣਾ ਜੀ ਤੇ ਛੇਤਰਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਸ਼ੁਕਰੀਆ। ਧੰਨਵਾਦ ਜੀ, ਸ਼ੁਕਰੀਆ। ਇਹ ਅਸੀਂ ਆਪਣੀ ਜਿਹੜੀ ਗੱਲਬਾਤ ਹੈ ਇਸੇ ਗੱਲ ਤੋਂ ਸ਼ੁਰੂ ਕਰਾਂਗੇ ਕਿ ਸਿੱਧੂ ਸਾਹਿਬ, ਕਿ ਪੰਜਾਬ ਦੇ ਅੰਦਰ ਜਿਹੜੀ ਇਹ ਆਪ ਦੀ ਇੰਨੀ ਹਨੇਰੀ ਝੁੱਲੀ, ਇਸ ਦੇ ਪਿੱਛੇ ਤੁਸੀਂ ਕੀ ਕੀ ਕਾਰਨ ਦੇਖਦੇ ਹੋ? ਦੇਖੋ, ਮੈਂ ਜਿਹੜਾ ਸਿੱਧੇ ਲੈਵਲ ਤੇ ਥੋੜਾ ਜਿਹਾ ਮੋਟੇ ਸਪਸ਼ਟ ਸ਼ਬਦਾਂ 'ਚ ਗੱਲ ਕਹਿਣਾ ਚਾਹੁੰਦਾ ਵੀ ਅਕਾਲੀ ਦਲ ਤੇ ਜਿਹੜੀ ਕਾਂਗਰਸ ਹੈ, ਦੋਨਾਂ ਦੇ ਵਿੱਚ ਇੱਕ ਤਰ੍ਹਾਂ ਦਾ ਗੱਠਜੋੜ ਰਿਹਾ, ਸਾਂਝ ਭਿਆਲੀ ਰਹੀ ਹੈ। ਲੋਕਾਂ ਨੂੰ ਅਹਿਸਾਸ ਸੀ ਵੀ ਜਿਵੇਂ ਮਾਫੀਆ ਨੂੰ ਇਕੱਠੇ ਪੈਟਰਨਾਈਜ਼ ਕਰਦੇ ਆ, ਸਰਪ੍ਰਸਤੀ ਸਾਂਝੀ ਹੈ ਉਹਨਾਂ ਦੀ। ਤੇ ਉਹਨਾਂ ਨੇ ਦੋਨਾਂ ਨੇ ਜਿਵੇਂ ਨਵਜੋਤ ਸਿੱਧੂ ਕਹਿੰਦਾ ਹੁੰਦਾ ਸੀ 75-25 ਵਾਲਾ ਉਹਨਾਂ ਦਾ ਰਿਸ਼ਤਾ ਚੱਲਦਾ ਹੈ। ਤੇ ਇਸ ਕਰਕੇ ਲੋਕਾਂ ਨੂੰ ਵੀ ਅਹਿਸਾਸ ਸੀ ਚਿੱਟੇ ਤੱਕ ਸਾਰੇ ਬੰਦੇ ਜਿੰਨੇ ਵੀ ਸਾਰਾ ਹੇਰਾ ਫੇਰੀਆਂ ਤੇ ਗੈਂਗ ਬਣੇ ਆ ਸਾਰੇ ਨੇ ਪੈਸੇ ਪੂਸੇ ਕਮਾਉਣ ਦੇ ਵਿੱਚ ਤੇ ਮੋਸਟਲੀ ਇਹ ਸਾਰਾ ਕੁਝ ਲੋਕਾਂ 'ਚ ਸੀਗਾ, ਜਿਹਦੇ ਕਰਕੇ 25-30 ਸਾਲਾਂ 'ਚ ਡਿਟਿਊਰੇਸ਼ਨ ਪੰਜਾਬ ਦੀ ਬੜਾ ਕ੍ਰਾਈਸਿਸ 'ਚ ਪਹੁੰਚ ਗਿਆ। ਹੁਣ ਲੋਕਾਂ ਨੇ ਉਹਨਾਂ ਨੂੰ ਰੱਦ ਕੀਤਾ। ਇਹ ਜਿਹੜੀ ਸਿੱਧੀ ਇਹਦੀ ਰਿਜੈਕਸ਼ਨ ਹੈ, ਸਾਰੀ ਰੱਦ ਕੀਤਾ ਸਾਰਾ ਜਿਹੜਾ ਆਮ ਆਦਮੀ ਪਾਰਟੀ ਨੂੰ ਇਸ ਕਿਸਮ ਦੀ ਵੋਟ ਪਾਈ ਹੈ। ਇਸ ਕਿਸਮ ਦੀ ਉਹਨਾਂ ਨੇ 92 ਤੱਕ ਦਾ ਇੰਨੀ ਵੱਡੀ ਹੁੰਜਾ ਫੇਰਮੀ ਜਿੱਤ ਦਿੱਤੀ ਹੈ। ਤੇ ਇਹਦਾ ਤਾਂ ਸਿੱਧਾ ਸਪਸ਼ਟ ਹੈ ਵੀ ਉਹਨਾਂ ਦੀ ਰਿਜੈਕਸ਼ਨ ਕੀਤੀ ਹੈ। ਤੇ ਰਿਜੈਕਸ਼ਨ ਇਸ ਨਜ਼ਰੀਏ ਤੋਂ ਕੀਤੀ ਆ ਵੀ ਹੋਰ ਕੋਈ ਆਲਟਰਨੇਟਿਵ ਉਹਨਾਂ ਨੂੰ ਦਿਸਦਾ ਨਹੀਂ ਸੀ ਵੀ ਕਿਸੇ ਲੈਵਲ ਤੇ ਕੀਤਾ ਜਾ ਸਕੇ।
ਤੇ ਇਹ ਰਿਜੈਕਸ਼ਨ ਦੇ ਵਿੱਚੋਂ ਜਿਹੜਾ ਇਸੇ ਕਰਕੇ ਗੱਲ ਦੀ ਸਮਝ ਨਹੀਂ ਸੀ ਆ ਰਹੀ ਵੀ ਲੋਕ ਕਿੱਧਰ ਜਾਣਗੇ, ਜਿਸ ਤਰੀਕੇ ਨਾਲ ਸੋਚਿਆ ਹੀ ਨਹੀਂ ਸੀ ਵੀ ਮਾਝੇ ਦੇ ਵਿੱਚੋਂ ਵੀ ਸ਼ਾਇਦ 15 ਸੀਟਾਂ ਲੈ ਗਏ, ਮਾਝੇ ਚੋਂ ਵੀ 15 ਸੀਟਾਂ 16 ਸੀਟਾਂ ਮਾਝੇ ਚੋਂ 10 ਦੁਆਬੇ ਚੋਂ, ਤੇ ਬਾਕੀ ਜਿਹੜੀਆਂ 69 ਦੇ ਵਿੱਚੋਂ 66 ਸੀਟਾਂ ਲੈ ਜਾਣੀਆਂ ਮਾਲਵੇ ਦੇ ਵਿੱਚੋਂ ਬਹੁਤ ਵੱਡੀ ਗੱਲਬਾਤ ਹੈ। ਮਾਲਵੇ ਵਿੱਚੋਂ 3 ਪਾਸੇ ਰਹਿ ਗਈਆਂ, ਤੁਸੀਂ ਮੋਟੇ ਲੈਵਲ ਤੇ ਕਰਦੇ ਹੋ ਵੀ ਰਾਜਾ ਬੜਿੰਗ ਜਿੱਤ ਗਿਆ, ਇੱਕ ਅੱਧਾ 2 ਬੰਦੇ ਹੋਰ ਪਾਸੇ ਆਸੇ, ਅਬੋਰ ਤੋਂ ਜਿੱਤਿਆ ਸੁਨੀਲ ਦਾ ਹਾਂ ਉਹ ਜਿੱਕਿਆ, ਇੱਕ ਹੋਰ ਬਸ, ਬਾਕੀ ਤਾਂ ਉਹਨਾਂ ਨੇ ਕਿਸੇ ਵੀ ਲੈਵਲ ਉੱਤੇ ਇੱਕ ਅਕਾਲੀ ਦਲ ਨੂੰ ਆਈ ਹੈ ਮੁੱਲਾਂਪੁਰ ਦਾਖਾ ਵਾਲੀ ਸੀਟ। ਅੱਛਾ, ਫੇਰ ਜਿਹੜਾ ਲੱਗਦਾ ਹੁੰਦਾ ਗੁੱਸਾ ਜਿਹੜਾ ਕੱਢਿਆ, ਜਿਹਨੂੰ ਆਪਾਂ ਕਹਿ ਦਈਏ ਬੜੇ ਅਗਰੈਸਿਵਲੀ ਗੁੱਸਾ ਕੱਢਿਆ, ਉਹਦਾ ਤੁਹਾਨੂੰ ਇਸ ਤੋਂ ਪਤਾ ਲੱਗ ਜਾਊ ਵੀ ਮਾਰਜਨ ਬਹੁਤ ਹੈ ਔਰ ਐਡੇ ਵੱਡੇ ਮਾਰਜਨ ਦੀ ਜਿੱਤ ਹੈ। ਕਈ ਥਾਈਂ ਤਾਂ ਜਿਵੇਂ ਹੁਣ ਕਈ ਥਾਈਂ ਤਾਂ ਮਤਲਬ ਕਿ ਵੀ 2 ਜਿਹੜੇ ਨੇੜੇ ਦੇ ਕੈਂਡੀਡੇਟ ਹੈਗੇ ਨੰਬਰ 2 ਨੰਬਰ 3, ਉਹਨਾਂ ਦੀਆਂ ਜੋੜ ਕੇ ਵੀ ਸੀਟਾਂ ਤੋਂ ਵੀ ਕਿਤੇ ਵੱਧ ਮਾਰਜਨ ਹੈ, ਇੱਥੋਂ ਤੱਕ ਵੀ ਹੈਗਾ। ਹਾਂਜੀ, ਤੇ ਇਸ ਕਰਕੇ ਮਾਰਜਨ ਇੰਨਾ, ਤੇ ਸਾਰਾ ਲੱਗਦਾ ਵੀ ਜਿਵੇਂ ਵੈਂਜੀਅੰਸ ਨਾਲ, ਗੁੱਸੇ ਨਾਲ, ਤੇ ਇਸ ਨਾਲ ਬੰਦੇ ਕੰਮ ਕਰਦੇ ਆ, ਉਸ ਤਰੀਕੇ ਨਾਲ ਹੋਇਆ ਹੈ ਸਾਰਾ। ਜਦੋਂ ਕਿ ਏਜੰਡਾ ਨਹੀਂ ਲੈ ਕੇ ਆਇਆ, ਕੋਈ ਇਸ ਕਿਸਮ ਦੇ ਵੱਡੇ ਵਾਅਦੇ ਨਹੀਂ ਕੀਤੇ, ਆ ਸਾਰੇ ਨਿੱਕੇ ਮੋਟੇ ਜਿਹੜੇ ਸੁਧਾਰ ਦੀ ਗੱਲਬਾਤ ਇਹ ਤਾਂ ਕਰਨੀ ਸੀਗੀ, ਗਰੰਟੀਆਂ ਦਿੱਤੀਆਂ, ਗਰੰਟੀਆਂ ਜਿਹੜੀਆਂ ਦੂਜਿਆਂ ਨੇ ਵੀ ਦਿੱਤੀਆਂ, ਤੇ ਪੋਲੀਟਿਕਸ 'ਚ ਲੋਕਾਂ ਨੂੰ ਗਰੰਟੀਆਂ ਦਾ ਪਤਾ ਹੈ ਹਜੇ ਤੱਕ, ਚਲੋ ਵਿਸ਼ਵਾਸ ਕਰ ਲਿਆ। ਸਵਾਲ ਤਾਂ ਬਿਲਕੁਲ ਰਿਜੈਕਸ਼ਨ ਕੀਤੀ ਉਹਨਾਂ ਦੀ, ਰੱਦ ਕਰਨ ਦੇ ਉਹ ਗੁੱਸੇ 'ਚ ਰੱਦ ਕੀਤੇ ਆ, ਤੇ ਇਹਦੇ ਵਿੱਚੋਂ ਅੱਛਾ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਪਿੰਡਾਂ ਦੇ ਵਿੱਚ ਜਿਹੜਾ ਚਿੱਟੇ ਦਾ ਕੰਮ ਹੈਗਾ ਨਾ, ਜਿਹੜਾ ਉਹ ਜ਼ਿਆਦਾ ਪਿੰਡਾਂ ਦੇ ਵਿੱਚ ਲੋਕਾਂ ਦੇ ਬਹੁਤ ਜ਼ਿਆਦਾ ਬੱਚਿਆਂ ਦਾ ਨੁਕਸਾਨ ਹੋਇਆ, ਬੱਚਿਆਂ ਤੇ ਮਾਵਾਂ ਨੇ, ਲੇਡੀਜ਼ ਨੇ ਬਹੁਤ ਜ਼ਿਆਦਾ ਵੋਟਾਂ ਪਾਈਆਂ, ਬੜੇ ਜ਼ੋਰ ਨਾਲ ਪਾਈਆਂ। ਅੱਛਾ, ਇੱਕ ਇਹਦੇ ਪਿੱਛੇ ਹੋਰ ਵੀ ਫੈਕਟਰ ਹੈ ਜਿਹੜਾ ਜ਼ੋਰ ਸ਼ੋਰ ਨਾਲ ਹੋਇਆ, ਉਹ ਇਹ ਹੋਇਆ ਬਈ ਬੜੀ ਫਰਟਾਈਲ ਗਰਾਊਂਡ ਜਿਹੜੀ ਤਿਆਰ ਕਰਤੀ ਸੀਗੀ ਜੇ ਕਿਸਾਨ ਮੋਰਚੇ ਨੇ, ਉਹਦਾ ਵੀ ਹੈ ਵੀ ਤੁਸੀਂ ਕੁਐਸਚਨ ਕਰਦੇ ਹੋ, ਪਿੰਡਾਂ ਦੇ ਵਿੱਚ ਇੱਕ ਵੱਡੀ ਕਲਾਸ ਤਿਆਰ ਹੋ ਗਈ ਸੀ, ਕੁਐਸਚਨ ਕਰਦੇ ਹੋ, ਸਵਾਲ ਕਰਦੇ ਹੋ ਦੂਜੇ ਲੀਡਰਾਂ ਨੂੰ, ਜਿਹੜੀਆਂ ਪਹਿਲੀਆਂ ਵਾਲੇ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕੀਤਾ, ਕਾਂਗਰਸ ਨੂੰ, ਅਕਾਲੀ ਦਲ ਨੂੰ ਪਿੰਡ ਵੰਡਣ ਲੱਗੇ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਜਿਹੜਾ ਇੱਕ ਤਰੀਕੇ ਦਾ ਇੱਕ ਉਹ ਗਰਾਊਂਡ ਤਿਆਰ ਜਿਹੜਾ ਕੀਤਾ ਗਿਆ, ਜਿਹਦੇ 'ਚ ਇੱਥੇ ਪੁੱਛੇ ਵੀ ਗਏ ਸਵਾਲ, ਇੱਥੋਂ ਤੱਕ ਹੈ ਵੀ ਕਿਸਾਨ ਮੋਰਚੇ ਦੇ ਜਿਹੜਾ ਕਿਸਾਨ ਸਮਾਜ ਮੋਰਚਾ ਬਣਿਆ, ਉਸ ਦੇ ਬੰਦਿਆਂ ਨੂੰ ਵੀ ਸਵਾਲ ਪੁੱਛੇ ਗਏ ਪਿੰਡਾਂ ਦੇ ਵਿੱਚ। ਇੱਥੋਂ ਤੱਕ ਕਿਹਾ ਗਿਆ, ਮੈਨੂੰ ਕੁਛ ਮਾਲਵੇ ਦੇ ਪਿੰਡਾਂ ਦੀਆਂ ਗੱਲਾਂ ਦਾ ਉਧਰੋਂ ਜਿਹੜੀਆਂ ਇਨਫੋਰਮੇਸ਼ਨ ਮਿਲੀ ਆ, ਉਹਦਾ ਇਹ ਹੈ ਕਿ ਉਹ ਕਹਿੰਦੇ ਯਾਰ ਚੰਗੀ ਭਲੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਤੁਸੀਂ ਕਿਉਂ ਐਵੇਂ ਬੱਚੇ ਅੜਿੱਕਾ ਲਾਈ ਜਾਂਦੇ ਹੋ। ਜਿਹੜੇ ਖਾਸ ਕਰਕੇ ਵੱਡੀਆਂ ਜਥੇਬੰਦੀਆਂ ਦੇ, ਕਿਸਾਨ ਜਥੇਬੰਦੀਆਂ ਦੇ ਬੰਦੇ ਸੀਗੇ, ਸਾਰੇ ਕਿਸਾਨ ਜਥੇਬੰਦੀਆਂ ਵੀ ਜ਼ੋਰ ਸ਼ੋਰ ਨਾਲ ਆਪ ਵਾਲੀ ਭੁਗਤੀਆਂ, ਉਹਨਾਂ ਦਾ ਕੇਡਰ ਸੀ, ਉਹਨਾਂ ਦੇ ਜਿਹੜੇ ਬੰਦੇ ਸੀ ਸਾਰੇ, ਤੇ ਬੜੇ ਉਹ ਵੀ ਜ਼ੋਰ ਸ਼ੋਰ ਨਾਲ ਸਾਰੇ ਇੱਧਰ ਗਏ ਆ, ਕਿਉਂਕਿ ਜਿੰਨਾ ਪ੍ਰਚਾਰ ਹੋਇਆ ਇਸ ਦਾ ਸਾਰਾ, ਉਹ ਪ੍ਰਚਾਰ ਸਾਰਾ ਇਹਨਾਂ ਮੇਨ ਸਟ੍ਰੀਮ ਜਿਹੜੀਆਂ ਪਾਰਟੀਆਂ ਸੀ, ਇਹਨਾਂ ਦੇ ਵਿਰੁੱਧ ਹੀ ਉੱਥੇ ਮੋਰਚੇ 'ਚ ਪ੍ਰਚਾਰ ਹੁੰਦਾ ਰਿਹਾ। ਇਸ ਕਰਕੇ ਇਹ ਕਈ ਗੱਲਾਂ ਦੇ ਫੈਕਟਰ ਜੁੜ ਕੇ ਇਹ ਰੱਦ ਹੋਈਆਂ, ਇਸ ਕਰਕੇ ਇਹ ਜਿਹੜੀ ਹਵਾ ਰੱਦ ਕਰਨ ਵਾਲੀ ਸੀ। ਹਾਂਜੀ, ਦੁਬਾਰਾ ਆਉਣਾ ਤੁਹਾਡੇ ਕੋਲ ਮੈਂ। ਛਿਤਰਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿੰਦੇ ਆ ਕਿ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਅਸਲ 'ਚ ਰੱਦ ਕੀਤਾ ਹੈ, ਤੇ ਨਾਲ ਦੀ ਨਾਲ ਇਹ ਵੀ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ, ਜਿਨ੍ਹਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਪੋਲੀਟੀਕਲ ਪਾਰਟੀ ਬਣਾ ਕੇ ਲੜਾਂਗੇ ਤਾਂ ਸ਼ਾਇਦ ਸਾਨੂੰ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲੇਗਾ, ਤਾਂ ਉਹਨਾਂ ਨੂੰ ਵੀ ਲੋਕਾਂ ਨੇ ਰਿਜੈਕਟ ਕੀਤਾ, ਰੱਦ ਕੀਤਾ। ਨਹੀਂ, ਬਿਲਕੁਲ ਮੈਂ ਸਹਿਮਤ ਹਾਂ ਇਹਨਾਂ ਨਾਲ। ਹੈ ਤਾਂ ਇਹ ਤਬਦੀਲੀ ਜਿਹੜੀ ਪੰਜਾਬ ਚਾਹ ਰਿਹਾ, ਇਹ ਉਹਦੀ ਹੀ ਇੱਕ ਤਰ੍ਹਾਂ ਨਾਲ ਜਿਹੜਾ ਹੈ ਪ੍ਰਤੀਬਿੰਬ ਬਣਿਆ, ਇਹਨੇ ਰਿਫਲੈਕਟ ਕੀਤਾ ਪੋਲੀਟਿਕਸ ਦੇ ਵਿੱਚ। ਪਰ ਇਸ ਵੱਡੇ ਪੱਧਰ ਦੇ ਉੱਤੇ ਜਿਹੜਾ ਗੁੱਸਾ ਜਮ੍ਹਾਂ ਹੋਇਆ, ਇਹ ਗੁੱਸਾ ਅੱਜ ਦਾ ਤਾਂ ਹੈ ਨਹੀਂ, ਇਹ ਗੁੱਸਾ ਤਾਂ ਬੜਾ ਲੰਮੇ ਸਮੇਂ ਤੋਂ ਜਮ੍ਹਾਂ ਹੋ ਰਿਹਾ। ਕਿਉਂਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਰਮ ਸੀ, ਮੈਂ ਉਹਦੇ ਜਾਣਾ ਚਾਹਾਂਗਾ, ਹਾਲਾਂਕਿ ਉਹਦੇ ਪਿੱਛੇ ਵੀ ਜਾਇਆ ਜਾ ਸਕਦਾ। ਉਹ ਜਿਹੜੀ ਪਹਿਲੀ ਟਰਮ ਸੀ, ਉਹਨਾਂ ਨੇ ਠੀਕ ਠਾਕ ਕੰਮ ਕੀਤੇ ਸੀ। ਲੋਕ, ਉਹ ਪਾਣੀਆਂ ਵਾਲਾ ਇਸ਼ੂ ਸੀ, ਦੂਜਿਆਂ ਦੇ ਉੱਤੇ ਇੰਡਸਟਰੀ ਨੂੰ ਵੀ ਥੋੜ੍ਹਾ ਬਹੁਤ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਉਸ ਤੋਂ ਬਾਅਦ ਜਿਹੜਾ 10 ਸਾਲ ਲਗਾਤਾਰ ਜਿਹੜਾ ਅਕਾਲੀ ਰਾਜ ਆਇਆ, ਉਹਦੇ 'ਚ ਜਿਹੜਾ ਮਾਫੀਆ ਤਾਂ ਚਲੋ ਪੰਜਾਬ 'ਚ ਪਹਿਲਾਂ ਹੀ ਚੱਲਦਾ ਸੀ, ਪਰ ਉਹ ਬਹੁਤ ਜ਼ਿਆਦਾ ਕੰਸੋਲੀਡੇਟ ਹੋ ਗਿਆ। ਉਹਦਾ ਇੱਕ ਕਾਰਨ ਮੈਂ ਇਹ ਸਮਝਦਾ
ਕਿ ਜਿਹੜੀ ਸੁਖਬੀਰ ਬਾਦਲ ਹੋਣਾ ਦੇ ਜਿਹੜੀ ਸਟਾਈਲ ਵਾਲੀ ਪੋਲਿਟਿਕਸ ਹੈ, ਉਹਨਾਂ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਪੈਸੇ ਦੇ ਜ਼ੋਰ ਨਾਲ ਸਾਰੀ ਸਿਆਸਤ ਹੈ ਜਿਹੜੀ ਚਲਾਈ ਜਾ ਸਕਦੀ ਹੈ। ਹਾਲਾਂਕਿ ਇਹ ਪੰਜਾਬ ਦੇ ਵਿੱਚ ਰਿਜੈਕਟ ਹੋ ਗਿਆ। ਇੰਡੀਆ ਦੇ ਵਿੱਚ ਹਜੇ ਪੈਸੇ ਦੀ ਸਿਆਸਤ ਹੈ ਜਿਹੜੀ ਉਹਦੀ ਗੱਲ ਕੀਤੀ ਜਾ ਸਕਦੀ ਹੈ ਵੱਖਰੇ ਪੱਧਰ ਦੇ ਉੱਤੇ, ਪਰ ਪੰਜਾਬ ਦੇ ਵਿੱਚ ਜਿਹੜਾ ਗੁੱਸਾ ਲਗਾਤਾਰ ਵਧਣ ਦਾ ਕਾਰਨ ਸੀ ਵੀ ਹਰ ਫੀਲਡ ਦੇ ਉੱਤੇ ਜਿੱਥੋਂ ਪੰਜਾਬ ਦੇ ਸਰਕਾਰ ਨੂੰ ਰੈਵਨਿਊ ਮਿਲ ਸਕਦਾ ਸੀ, ਕਿਉਂਕਿ ਸਰਕਾਰ ਦਾ ਮਤਲਬ ਹੈ ਕਿ ਉਹਨੇ ਰੀਇਨਵੈਸਟ ਕਰਨਾ ਲੋਕਾਂ ਦੇ ਵਿੱਚ, ਸਰਕਾਰ ਕੋਲ ਅਗਰ ਪੈਸਾ ਹੋਊਗਾ। ਉਹ ਸਾਰੇ ਦੇ ਸਾਰੇ ਅਦਾਰੇ ਹੈ ਜਿਹੜੇ ਸੋਰਸ ਸੀਗੇ ਇਨਕਮ ਦੇ, ਉਹ ਪ੍ਰਾਈਵੇਟ ਹੱਥਾਂ ਦੇ ਵਿੱਚ, ਜਿਹੜੇ ਕਿ ਪੋਲੀਟੀਸ਼ੀਅਨ ਹੀ ਕੰਟਰੋਲ ਕਰਦੇ ਸੀ ਸਾਰੇ ਬਿਜ਼ਨਸ, ਟਰਾਂਸਪੋਰਟ, ਕਿਸੇ ਵੀ ਬਿਜ਼ਨਸ ਦੀ ਗੱਲ ਕਰੀਏ ਸਿਵਾਏ ਥੋੜ੍ਹੀ ਬਹੁਤ ਇੰਡਸਟਰੀ ਨੂੰ ਛੱਡ ਕੇ। ਉਹ ਇੰਡਸਟਰੀ ਦੀ ਆਪਣੀਆਂ ਪ੍ਰੋਬਲਮ ਹੈ, ਬਾਰਡਰ ਸਟੇਟ ਹੈ, ਉਹ ਇੱਕ ਲੰਮਾ ਚੌੜਾ ਵਿਸ਼ਾ ਹੈ। ਸੋ ਜਿਹੜਾ ਗੁੱਸਾ ਜਿਹੜਾ ਵਧਣਾ ਸ਼ੁਰੂ ਹੋਇਆ ਸੀ ਕਿ ਪੰਜਾਬ ਨੂੰ ਇਹ ਸਮਝ ਨਹੀਂ ਆ ਰਹੀ, ਹਲੇ ਵੀ ਨਹੀਂ ਸਮਝ ਆ ਰਹੀ। ਬਹੁਤ ਵੱਡਾ ਚੈਲੰਜ ਹੈ ਮੈਂ ਸਮਝਦਾ ਜਿਹੜੀ ਤਬਦੀਲੀ ਅੱਗੇ ਕੀ, ਇਹੀ ਤਬਦੀਲੀ ਜਿਹੜੀ ਹੈ ਨਾ, ਇਹ ਲੋਕਾਂ ਦਾ ਗੁੱਸਾ ਇਹ ਘਟਣ ਵਾਲਾ ਤਾਂ ਹੈ ਨਹੀਂ ਹੈ ਕਿ ਇੱਕ ਵਾਰੀ ਚਲੋ ਥੋੜ੍ਹੀ ਵੈਂਟ ਮਿਲ ਜੂਗਾ ਇਲੈਕਸ਼ਨ ਤੋਂ ਬਾਅਦ, ਪਰ ਜਿਹੜੀਆਂ ਲੋਕਾਂ ਜਿਹੜਾ ਗੁੱਸਾ ਜਮ੍ਹਾਂ ਹੋਣ ਦੇ ਕਾਰਨ ਹੈ ਉਹ ਦੂਰ ਕੌਣ ਕਰੂਗਾ, ਇਹ ਸਾਰਿਆਂ ਨੂੰ ਵੱਡਾ ਸਵਾਲ ਹੈ। ਜਿਹੜਾ ਕਿ ਹੁਣ ਭਗਵੰਤ ਮਾਨ ਹੋਣੀ ਚੀਫ ਮਿਨਿਸਟਰ ਬਣਨਗੇ, ਉਹਨਾਂ ਦੇ ਸਾਹਮਣੇ ਜਾਂ ਉਹਨਾਂ ਦੀ ਟੀਮ ਦੇ ਸਾਹਮਣੇ ਸਾਰਿਆਂ ਨੂੰ ਵੱਡਾ ਸਵਾਲ ਇਹੀ ਹੈ। ਪਰ ਇੱਕ ਚੰਗੀ ਗੱਲ ਹੈ ਕਿ ਪਹਿਲਾਂ ਵਾਲਾ ਜਿਹੜਾ ਗੁੱਸੇ ਦਾ ਵੱਡਾ ਕਾਰਨ ਸੀ ਉਹ ਲੋਕਾਂ ਨੇ ਸਾਂਭ ਕੇ ਪਾਸੇ ਕਰ ਦਿੱਤਾ, ਉਸ ਸਟਾਈਲ ਦੀ ਪੋਲਿਟਿਕਸ ਹੈ। ਸੋ ਨਵੇਂ ਦੌਰ ਦੇ ਵਿੱਚ ਪੰਜਾਬ ਦਾਖਲ ਹੋਇਆ, ਨਵੀਆਂ ਚੁਣੌਤੀਆਂ ਦੇ ਸਾਹਮਣਾ ਕਰਨਾ ਪੈਣਾ, ਕਿਉਂਕਿ ਸਰਕਾਰ ਦੇ ਸਾਹਮਣੇ ਸਾਰਿਆਂ ਨਾਲੋਂ ਵੱਡਾ ਗੁੱਸਾ ਹੈ ਦੂਰ ਕਰਨਾ। ਤਾਂ ਪੰਜਾਬ ਨੂੰ ਇੱਕ ਮਾਡਲ ਦੀ ਲੋੜ ਹੈ, ਇਕਨੋਮਿਕ ਮਾਡਲ ਵੀ, ਆਰਥਿਕ ਮਾਡਲ ਤੇ ਨਾਲ ਦੇ ਨਾਲ ਸੱਭਿਆਚਾਰ, ਹਰ ਚੀਜ਼ ਦੇ ਵਿੱਚ ਇੱਕ ਨਵਾਂ ਮਾਡਲ ਹੈ। ਪੰਜਾਬ ਨੇ ਅੱਗੇ ਵਧਣਾ ਕਿਵੇਂ ਹੈ, ਹਲੇ ਤੇ ਕੋਈ ਜਿਹੜੀ ਸਰਕਾਰ ਹੈ ਉਹ ਬਣੀ ਨਹੀਂ ਹੈ, ਇਸ ਕਰਕੇ ਦੇਖਦੇ ਹਾਂ ਕਿਸ ਪਾਸੇ ਜਾਂਦੀ ਹੈ। ਪਰ ਇਹ ਜਿਹੜੇ ਮਸਲੇ ਬਹੁਤ ਗੰਭੀਰ ਹੈ ਪੰਜਾਬ ਦੇ ਸਾਹਮਣੇ ਖਾਸ ਤੌਰ ਦੇ ਉੱਤੇ, ਕਿਉਂਕਿ ਮੈਂ ਆਉਣਾ ਛੇਤਰਾ ਜੀ ਤੁਹਾਡੇ ਦੁਆਰਾ ਇਹ ਚਾਹੁੰਦਾ ਜੀ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਸਿੱਧੂ ਸਾਹਿਬ ਨੇ ਦੱਸਿਆ, ਛੇਤਰਾ ਜੀ ਨੇ ਗੱਲ ਕੀਤੀ ਹੈ ਕਿ ਪਿਛਲੇ 50 ਸਾਲਾਂ ਦੇ ਅੰਦਰ ਜਿਹੜੀ ਪੰਜਾਬ ਦੇ ਅੰਦਰ ਰਾਜਨੀਤੀ ਦਾ ਇੱਕ ਚਿਹਰਾ ਮੋਹਰਾ ਬਣਿਆ ਸੀਗਾ, ਇੱਕ ਉਹਦਾ ਇੱਕ ਸਥਾਪਤੀ ਹੋਈ ਸੀਗੀ, ਉਹ ਸਾਰੀ ਨੂੰ ਲੋਕਾਂ ਨੇ ਰੱਦ ਕਰਕੇ ਇੱਕ ਨਵੀਂ ਕਿਸਮ ਦੀ ਰਾਜਨੀਤੀ ਨੂੰ, ਜਿਸ ਦੇ ਭਰੋਸਾ ਲੋਕਾਂ ਨੂੰ ਬਣਿਆ ਕਿ ਇਹ ਸ਼ਾਇਦ ਪੰਜਾਬ ਦੀ ਜਿਹੜੀ ਹੈ ਇਹ ਨੁਹਾਰ ਹੈ, ਬਦਲ ਸਕਦੇ ਆ, ਪੰਜਾਬ ਦਾ ਜਿਹੜਾ ਪਿਛਲਾ ਜੋ ਕੋਈ ਸੰਕਟ ਹੈ ਉਹਨਾਂ ਚੋਂ ਕੱਢ ਸਕਦੇ ਆ। ਤੇ ਤੁਸੀਂ ਇਸ ਦੇ ਕੀ ਅਰਥ ਲੈਂਦੇ ਹੋ ਕਿ ਇਹ ਨਵੀਂ ਪਾਰਟੀ ਜਿਹੜੀ ਇਸ ਪਾਸੇ ਨੂੰ ਲੋਕਾਂ ਨੂੰ ਇੰਨੀਆਂ ਆਸਾਂ ਨਾਲ ਲੋਕ ਉਹਨਾਂ ਨੂੰ ਲੈ ਕੇ ਆਏ ਆ ਕਿ ਇਹ ਉਹ ਲੋਕਾਂ ਦੀਆਂ ਆਸਾਂ ਤੇ ਪੂਰੀ ਉਤਰਨ ਦੀ ਸਥਿਤੀ ਵੱਲ ਅੱਗੇ ਵਧੇਗੀ? ਹਾਂ, ਜਿਹੜੇ ਪੁਆਇੰਟ ਉਠਾਏ ਗਏ ਨਾ ਦੋਹਾਂ, ਜਸਪਾਲ ਜੀ ਵੱਲੋਂ, ਜਸਪਾਲ ਛੇਤਰਾ ਵੱਲੋਂ, ਜਸਪਾਲ ਸਿੱਧੂ ਜੀ ਵੱਲੋਂ, ਮੈਂ ਇਹ ਸਮਝਦਾ ਕਿ ਇਹ ਬੜੇ ਗੰਭੀਰ ਪੁਆਇੰਟ ਨੇ ਸਾਰੇ, ਔਰ ਇਹ ਸਾਰੇ ਹੋਰ ਇਹਦੇ ਅੰਦਰ ਬਰੀਕੀ ਦੇ ਨਾਲ ਜੇ ਜਾਈਏ ਤਾਂ ਸਾਨੂੰ ਕਈ ਸਾਰੀਆਂ ਹੋਰ ਗੱਲਾਂ ਵੀ ਸਪਸ਼ਟ ਜਿਹੜੀਆਂ ਹੋਣਗੀਆਂ। ਬੜੇ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਉਠਾਏ ਗਏ ਜੀ। ਔਰ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਇਹ ਕੀ ਹੋਇਆ, ਇੱਕ ਤਾਂ ਇਹ ਆ ਕਿ ਸਿੱਧੂ ਸਾਹਿਬ ਨੇ ਇੱਕ ਇਹਨੂੰ ਤਕਰੀਬਨ ਪਿੰਨ ਪੁਆਇੰਟ ਕਰ ਦਿੱਤਾ ਕਿ ਗੁੱਸੇ ਦੇ ਵਿੱਚ ਲਿਆ ਗਿਆ ਫੈਸਲਾ ਹੈਗਾ ਜਿਹੜਾ ਇਹ ਚੋਣਾਂ ਦੇ ਵਿੱਚ ਹੋਇਆ। ਅਸੀਂ ਜਦੋਂ ਦੇਖ ਰਹੇ ਸੀਗੇ, ਜਦੋਂ ਅਜੇ ਵੋਟ ਪੈਣੀ ਸੀ ਤਾਂ ਲੋਕ ਜਿਹੜੇ ਸਪੋਰਟਰ ਸੀਗੇ ਝਾੜੂ ਦੇ, ਉਹ ਸਾਰੇ ਬੜੇ ਵੋਕਲ ਸੀਗੇ। ਪਰ ਸਾਨੂੰ ਸਾਡੀ ਗਿਣਤੀ ਮਿਣਤੀ, ਅਸੀਂ ਪਿਛਲੀਆਂ ਆਪਣੇ ਵਿਚਾਰ ਵਟਾਂਦਰੇ ਦੇ ਵਿੱਚ ਜਿਹੜੇ ਨਾ, ਅਸੀਂ ਪਹਿਲਾਂ ਸਵੀਕਾਰ ਕਰ ਲਈਏ ਕਿ ਸਾਡੇ ਅੰਦਾਜ਼ੇ ਜਿਹੜੇ ਨਾ ਉਹ ਠੀਕ ਨਹੀਂ ਨਿਕਲੇ ਜਿੱਦਾਂ ਅਸੀਂ ਵੀ ਸੋਚਦੇ ਸੀਗੇ। ਔਰ ਉਹਦਾ ਕਾਰਨ ਇਹ ਵੀ ਸੀ ਕਿ ਸ਼ਾਇਦ ਜਿਹੜੇ ਵੋਕਲ ਵੋਟ ਹੈਗੀ ਆ ਉਹਦੀ ਪਰਸੈਂਟੇਜ ਕਿੰਨੀ ਕੁ ਆ। ਹੁਣ ਵੀ ਜਦੋਂ ਅਸੀਂ ਦੁਆਬਾ ਤੇ ਮਾਝੇ ਦੀਆਂ ਜਾਂ ਕੁਝ ਸੀਟਾਂ ਹੋਰ ਵੀ ਜਦੋਂ ਦੇਖਦੇ ਹਾਂ ਨਾ, ਤਾਂ ਬਹੁਤ ਸਾਰੀਆਂ ਸੀਟਾਂ ਐਸੀਆਂ ਵੀ ਆ ਜਿਹੜੀਆਂ ਬਹੁਤ ਥੋੜ੍ਹੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਗਈ ਆ, ਕੁਝ ਸੈਂਕੜਿਆਂ 'ਚ ਵੀ ਜਿੱਤ ਗਈ ਹੈ ਨਾ। ਔਰ ਉਹ ਮਿਸਕੈਲਕੂਲੇਸ਼ਨ ਸਾਡੀ ਉਦੋਂ ਵੀ ਹੋ ਸਕਦੀ ਆ ਕਿ ਸ਼ਾਇਦ ਵੋਕਲ ਵੋਟ ਜਿੱਤ ਦੀ ਪੋਜੀਸ਼ਨ 'ਚ ਨਹੀਂ ਹੈ, ਲੇਕਿਨ ਵੋਟਾਂ ਦੀ ਗਿਣਤੀ ਬਹੁਤ ਵੱਧ ਜਾਏਗੀ ਆਮ ਆਦਮੀ ਪਾਰਟੀ ਦੀ। ਹੁਣ ਅਸੀਂ ਜਦੋਂ ਦੇਖਦੇ ਹਾਂ ਕਿ ਜਦੋਂ ਕਿਸਾਨ ਮੋਰਚਾ ਜਿਹੜਾ ਆ, ਕਿਸਾਨ ਜਦੋਂ ਦਿੱਲੀ ਦੇ ਬਾਰਡਰ ਤੋਂ ਐਡੀ ਸ਼ਕਤੀਸ਼ਾਲੀ ਸੱਤਾ ਦੇ ਨਾਲ ਟੱਕਰ ਲੈ ਕੇ ਜਿੱਤ ਕੇ ਮੁੜਦੇ ਆ ਨਾ, ਉਦੋਂ ਉਹਨਾਂ ਦੀ ਸਾਈਕੀ ਬਦਲੀ ਹੋਈ ਸਾਈਕੀ ਇੱਦਾਂ ਦੀ ਸਾਈਕੀ ਸੀ। ਤੇ ਵੈਸੇ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਲੋਕ ਜਦੋਂ ਜਿੱਤ ਜਾਂਦੇ ਨਾ, ਲੜ ਕੇ ਜਦੋਂ ਜਿੱਤਦੇ ਆ, ਉਹਨਾਂ ਦੀ
ਚੇਤਨਾ ਵਿੱਚ ਵੀ ਤੇ ਉਹਨਾਂ ਦੀ ਸ਼ਕਤੀ ਦੇ ਵਿੱਚ ਵੀ ਬਹੁਤ ਭਾਰੀ ਮਲਟੀਪਲਾਈ ਹੁੰਦੀ, ਉਹ ਗੁਣਾ ਹੁੰਦੀ ਆ। ਔਰ ਉਹ ਹੋ ਚੁੱਕੀ ਹੋਈ ਸੀਗੀ ਜਦੋਂ ਨੂੰ ਉਹ ਪੰਜਾਬ ਪਰਤੇ ਸੀ। ਇੱਕ ਉਹਨਾਂ ਨੂੰ ਬੜੀ ਸਪਸ਼ਟ ਸੀ ਕਿ ਜਿਹੜੀ ਲੀਡਰਸ਼ਿਪ ਨੇ ਉੱਥੇ ਮੋਰਚਾ ਲੜਿਆ ਸੀ, ਅਗਵਾਈ ਦਿੱਤੀ ਸੀ, ਉਹ ਸੰਘਰਸ਼ ਦੀ ਲੀਡਰਸ਼ਿਪ ਸੀਗੀ, ਉਹ ਪੋਲੀਟੀਕਲ ਲੀਡਰਸ਼ਿਪ ਨਹੀਂ ਸੀ। ਔਰ ਇਹ ਲੋਕਾਂ ਨੂੰ ਸਾਰਾ ਬੜਾ ਕਲੀਅਰ ਸੀ ਇਹ ਗੱਲ ਕਿ ਉਹ ਪੋਲੀਟੀਕਲ ਆਲਟਰਨੇਟਿਵ ਦੇਣ ਵਾਲੀ ਲੀਡਰਸ਼ਿਪ ਨਹੀਂ ਸੀ, ਕਿਉਂਕਿ ਸਾਲ ਭਰ ਲੜਾਈ ਦੇ ਵਿੱਚੋਂ ਦੀ ਜਦੋਂ ਨਿਕਲੇ ਤਾਂ ਸਾਰਾ ਹੀ ਜਿਹੜਾ ਅਸੀਂ ਉੱਥੋਂ ਦਾ ਵਰਤਾਂਤ ਦੇਖਦੇ ਹਾਂ ਉਹ ਇਸੇ ਤਰ੍ਹਾਂ ਦਾ ਹੀ ਆ ਕਿ ਪੋਲੀਟਿਕਸ ਤੋਂ ਦੂਰ ਰਿਹਾ ਜਾਵੇ ਔਰ ਸਿਰਫ ਆਪਣੀਆਂ ਮੰਗਾਂ ਦੇ ਉੱਤੇ ਜਿਹੜੀ ਯੂਨਿਟੀ ਹੈ ਔਰ ਉਹਦੀ ਸਟਰਗਲ ਦਾ ਇੱਕ ਫਾਰਮ ਹੈਗੀ ਆ, ਉਸ ਨੂੰ ਕੰਸਨਟਰੇਟ ਕੀਤਾ ਜਾਵੇ। ਜਦੋਂ ਉਹ ਜਿੱਤ ਕੇ ਮੁੜੇ ਤਾਂ ਫਿਰ ਉਹ ਇੱਥੋਂ ਉੱਥੇ ਹੀ ਨਹੀਂ ਲੜਨ ਗਏ ਸੀਗੇ ਤੇ ਪੰਜਾਬ 'ਚ ਬਹੁਤ ਸਾਰੇ ਦੇਰ ਸਮੇਂ ਤੋਂ ਲੜਦੇ ਆ ਰਹੇ ਸੀਗੇ, ਆਪਣੀਆਂ ਆਰਥਿਕ ਮੰਗਾਂ ਬਾਰੇ ਵੀ ਲੜਦੇ ਆ ਰਹੇ ਸੀਗੇ। ਲੇਕਿਨ ਕੁਛ ਸਥਿਤੀਆਂ ਐਸੀਆਂ ਪੈਦਾ ਹੋਈਆਂ ਸੀ ਜਿਨ੍ਹਾਂ 'ਚ ਲੜਾਈ ਪਹਿਲਾਂ ਹੀ ਚੱਲ ਵੀ ਰਹੀ ਸੀ ਔਰ ਉਹ ਲੜਾਈ ਚੱਲਦੇ ਦੌਰਾਨ ਹੀ ਇਹ 3 ਬਿੱਲ ਆ ਗਏ ਜਦੋਂ ਉਹਨਾਂ ਨੂੰ ਆਪਣੀ ਲੜਾਈ ਦੀ ਡਾਇਵਰਸ਼ਨ ਦੂਜੇ ਪਾਸੇ ਕਰਨੀ ਪਈ। ਜਦੋਂ ਵਾਪਸ ਆਏ ਆ ਤਾਂ ਇੱਕ ਤਾਂ ਉਹ ਇਸ ਕੌਨਫੀਡੈਂਸ 'ਚ ਸੀਗੇ ਕਿ ਇਹ ਕੋਈ ਔਖਾ ਕੰਮ ਨਹੀਂ, ਅਸੀਂ ਇਹਨੂੰ ਆਰਾਮ ਦੇ ਨਾਲ ਨਾ ਬਦਲ ਸਕਦੇ ਹਾਂ। ਔਰ ਫਿਰ ਉਹ ਸੀਗਾ ਕਿ ਡਿਸੀਜਨ ਲਿਆ ਜਾਏ। ਹੁਣ ਇਹ ਆ ਜਿਨ੍ਹਾਂ ਨੇ ਵੀ ਆਪਸ ਵਿੱਚ ਟ੍ਰੈਡੀਸ਼ਨਲ ਜਿਹੜੀਆਂ ਪੋਲੀਟੀਕਲ ਪਾਰਟੀ ਸੀਗੀਆਂ ਜਾਂ ਟ੍ਰੈਡੀਸ਼ਨਲ ਰਾਜਨੀਤਿਕ ਜਮਾਤ ਸੀ ਜਿਹੜੀ, ਉਹਨੂੰ ਰੱਦ ਕਰਕੇ ਨਵੀਂ ਜਮਾਤ ਕਿੱਦਾਂ ਦੀ ਹੋਵੇ ਇਹ ਸ਼ਾਇਦ ਉਹਨਾਂ ਨੇ ਬਹੁਤ ਸੀਰੀਅਸਲੀ ਸੋਚਣ ਦਾ ਕੋਈ ਉਹਨਾਂ ਨੇ ਕਸ਼ਟ ਨਹੀਂ ਕੀਤਾ ਵੀ ਅਸੀਂ ਦੇ ਕਿਹਨੂੰ ਰਹੇ ਹਾਂ। ਇਹ ਨਹੀਂ ਹੈ ਵੀ ਜਿੱਦਾਂ ਨਾ ਵੀ ਇਹ ਸਾਡੇ ਮਸਲੇ ਹੱਲ ਕਰ ਦੇਣਗੇ। ਹਾਂ ਸੀਗਾ ਇੱਕ ਦਿੱਲੀ ਮਾਡਲ ਦਾ ਪ੍ਰਚਾਰ ਵੀ ਹੋਇਆ, ਪ੍ਰੋਪੇਗੈਂਡਾ ਵੀ ਹੋਇਆ ਔਰ ਉਹਨੂੰ ਇੱਥੇ ਸਿਹਤ ਐਜੂਕੇਸ਼ਨ ਖਾਸ ਤੌਰ ਤੇ ਜਿਹੜਾ ਨਾ ਉਹਦੀ ਕੋਸ਼ਿਸ਼ ਕੀਤੀ ਇੱਥੇ ਐਕਸਪਲੇਨ ਕਰਨ ਦੀ, ਪਰ ਉਹਦਾ ਅਸਰ ਕਿੰਨਾ ਸੀਗਾ ਇਹਦੇ ਬਾਰੇ ਮੈਂ ਬਹੁਤਾ ਕਲੀਅਰ ਨਹੀਂ ਹੈ ਕਿ ਵੀ ਉਹਦਾ ਕੋਈ ਇੰਨਾ ਅਸਰ ਹੋਊਗਾ, ਲੇਕਿਨ ਬਹੁਤ ਘੱਟ ਅਸਰ ਸੀਗਾ। ਅਸਰ ਕਿਸ ਗੱਲ ਦਾ ਸੀਗਾ ਕਿ ਇਹ ਪੁਰਾਣੇ ਜਿਹੜੇ ਆ ਨਾ ਜਸਪਾਲ ਜੀ ਰਵਾਇਤੀ ਲੀਡਰ ਹੈਗੇ ਆ, ਇਹਨਾਂ ਨੂੰ ਹਟਾ ਦਿੱਤਾ ਜਾਏ। ਚਾਨਾ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਮੈਂ ਉਹੀ ਕਹਿਣਾ ਚਾਹੁੰਦਾ ਕਿ ਜਦੋਂ ਗੁੱਸੇ 'ਚ ਫੈਸਲਾ ਲੈਂਦਾ, ਚਾਹੇ ਕੋਈ ਕੌਮ ਲਵੇ ਚਾਹੇ ਸਮੂਹ ਲਵੇ ਲੋਕਾਂ ਦਾ, ਤਾਂ ਜਾਂ ਇੰਡੀਵਿਜੂਅਲ ਲਵੇ, ਉਹ ਗੁੱਸੇ 'ਚ ਲਿਆ ਗਿਆ ਫੈਸਲਾ ਅਕਸਰ ਇਦਾਂ ਦਾ ਹੀ ਹੁੰਦਾ ਜਿੱਦਾਂ ਦਾ ਹੁਣ ਪੰਜਾਬ ਦੇ ਲੋਕਾਂ ਨੇ ਲਿਆ। ਉਹਨਾਂ ਨੇ ਕੋਈ ਮਾਡਲ ਨਹੀਂ ਦੇਖਿਆ, ਕੋਈ ਏਜੰਡਾ ਨਹੀਂ ਦੇਖਿਆ, ਠੀਕ ਹੈ, ਕੋਈ ਕਰੈਕਟਰ ਨਹੀਂ ਦੇਖਿਆ। ਸਾਰੇ ਦੇ ਸਾਰੇ ਬੰਦੇ ਇੱਕ ਪਾਰਟੀ ਛੱਡ ਕੇ ਇੱਕ ਹਫ਼ਤਾ ਪਹਿਲਾਂ ਹੀ ਟਿਕਟਾਂ ਲਈਆਂ ਆਮ ਆਦਮੀ ਪਾਰਟੀ ਤੋਂ, ਉਹ ਵੀ ਜਿਤਾਤੇ ਆ। ਸੋ ਗੁੱਸੇ 'ਚ ਹੀ ਜਿੱਦਾਂ ਬੰਦਾ ਇੱਕ ਵਾਰੀ ਫੈਸਲਾ ਲੈਂਦਾ ਵੀ ਮੈਂ ਇੱਕ ਵਾਰੀ ਜਿਹੜਾ ਮੇਰਾ ਜਿਨ੍ਹਾਂ ਦੇ ਖਿਲਾਫ ਗੁੱਸਾ ਸੀ ਤੇ ਇਹਨਾਂ ਦਾ ਸਫਾਇਆ ਕਰਨਾ, ਬਾਕੀ ਦੇਖੀ ਜਾਊ ਜੋ ਹੋਊਗਾ ਬਾਅਦ 'ਚ। ਇਹਦੇ ਬਾਰੇ ਮੈਂ ਵੀ ਥੋੜਾ ਜਿਹਾ ਗੱਲ ਕਰ ਲਾਂ ਤੁਹਾਡੇ ਇਸੇ ਪ੍ਰਸੰਗ 'ਚ ਗੱਲ ਇਹ ਹੈ ਵੀ ਉਹ ਕਹਿੰਦੇ ਵੀ ਇਹਨਾਂ ਨੂੰ ਲਾਹੋ ਕੇਰਾ ਭਾਵੇਂ ਕਾਲਾ ਚੋਰ ਆ ਜੇ ਇਹਨਾਂ ਦੀ ਥਾਂ ਤੇ। ਜਿਹੜੀ ਪੰਜਾਬੀ 'ਚ ਇੱਥੇ ਮਾਲਵੇ ਵਿੱਚ ਬਹੁਤ ਕਹਿੰਦੇ ਹੁੰਦੇ ਕੋਈ ਆ ਜੇ ਦੀ ਥਾਂ ਕਾਲਾ ਚੋਰ ਆ ਜੇ, ਦੇਖਾਂਗੇ ਉਹਨੂੰ ਬਾਅਦ 'ਚ ਅਸੀਂ ਟੈਕਲ ਕਰ ਲਾਂਗੇ, ਉਹਦੇ ਨਾਲ ਬਾਅਦ 'ਚ ਸਮਝ ਲਾਂਗੇ, ਕੇਰਾ ਇਹਨਾਂ ਨੂੰ ਲਾਹੋ। ਤੇ ਇੱਕ ਚਾਣੇ ਜੀ ਦੀ ਗੱਲ ਦੇ ਨਾਲ ਹੋਰ ਇਹ ਗੱਲ ਪੁਆਇੰਟ ਉਠਾਇਆ, ਨੁਕਤਾ ਵਧੀਆ। ਉਹ ਨੁਕਤਾ 'ਚ ਇਹ ਹੈ ਵੀ ਜਦੋਂ ਉੱਥੇ ਰਵਾਇਤੀ ਪਾਰਟੀਆਂ ਨੂੰ ਬੋਲਣ ਨਹੀਂ ਦਿੱਤਾ, ਨੇੜੇ ਨਹੀਂ ਆਉਣ ਦਿੱਤਾ, ਸਟੇਜਾਂ ਤੇ ਨਹੀਂ ਚੜ੍ਹਨ ਦਿੱਤਾ, ਤਾਂ ਰਵਾਇਤੀ ਪਾਰਟੀਆਂ ਦੇ ਵਿਰੁੱਧ ਇੱਕ ਖਾਸ ਕਿਸਮ ਦੀ ਘਿਰਨਾ ਤੇ ਨਫ਼ਰਤ ਵੀ ਪੈਦਾ ਹੋ ਗਈ ਹੈ। ਉਹ ਨਫ਼ਰਤ ਵੀ ਇੱਥੇ ਕੰਮ ਕੀਤਾ ਸਾਡੇ ਸਵਾ ਮਹੀਨੇ ਵਿੱਚ ਥੋੜੀ ਸਵਾ ਸਾਲ ਦੇ ਵਿੱਚ ਥੋੜੀ ਐਡੀ ਵੱਡੀ ਟ੍ਰੇਨਿੰਗ ਹੋ ਗਈ, ਇਹਨਾਂ ਪਾਰਟੀਆਂ ਦੇ ਵਿਰੁੱਧ ਇੰਨੀ ਨਫ਼ਰਤ ਇਕੱਠੀ ਹੋ ਗਈ, ਤੇ ਫਿਰ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਵੋਟ ਪਾਓਗੇ। ਇਹ ਵੀ ਜਿਹੜੇ ਐਕਟਿਵ ਲੈਵਲ ਤੇ ਜਿੰਨੇ ਕੁ ਜੁੜੇ ਲੋਕ ਸੀ ਉਹਨਾਂ ਨੇ ਫਿਰ ਜਿਹੜੇ ਵੱਡੇ ਮਾਰਜਨ ਆਏ ਆ ਜਾਂ ਇਹਨਾਂ ਨੂੰ ਬਿਲਕੁਲ ਹੀ ਹਰਾਇਆ, ਇਸ ਤਰੀਕੇ ਨਾਲ ਪਿੱਛੇ ਸੁੱਟਿਆ, ਰੱਦ ਕੀਤਾ। ਉਹਦੇ ਪਿੱਛੇ ਦੋਨੋਂ ਕਾਰਨ ਹੈ। ਇਹੀ ਵੀ ਕਾਰਨ, ਵੱਡਾ ਕਾਰਨ ਹੈ ਵੀ ਰਵਾਇਤੀ ਪਾਰਟੀਆਂ ਦੇ ਵਿਰੁੱਧ ਜਿਹੜਾ ਪ੍ਰਚਾਰ ਹੋਇਆ ਤੇ ਉਹਨੂੰ ਸਟੇਜਾਂ ਤੇ ਨਹੀਂ ਚੜ੍ਹਨ ਦਿੱਤਾ, ਤੇ ਨਫ਼ਰਤ ਦਾ ਵੱਡਾ ਉਹਨਾਂ ਦੇ ਪ੍ਰਤੀ ਇੱਕ ਵੱਡਾ ਗੁੱਸਾ ਤੇ ਸਾਰਾ ਕੁਝ ਖੜਾ ਹੋ ਗਿਆ। ਇੱਕ ਜਨਰਲ ਸਾਹਿਬ ਹੋਰ ਇਹਦੇ ਚ ਪੁਆਇੰਟ ਇੱਕ ਐਡ ਕਰ ਦਈਏ, ਔਰ ਬਹੁਤ ਠੀਕ ਜਗ੍ਹਾ ਤੇ ਆ ਗਈ ਹੈ ਡਿਸਕਸ਼ਨ। ਉਹਦੇ ਚ ਉਹ ਇਹ ਆ ਕਿ ਕੁਛ ਸਮਾਂ ਲਾ ਲਈਏ ਕਿ 2 ਦਹਾਕਿਆਂ ਦਾ ਸਮਾਂ ਜਿਹੜਾ ਨਾ, ਉਹ ਪੰਜਾਬ ਦੇ ਵੋਟਰ ਨੂੰ ਬੇਬਸੀ ਦੇ ਮਾਹੌਲ ਵਿੱਚੋਂ ਦੀ ਵੀ ਲੰਘਣਾ ਪਿਆ। ਜਦੋਂ ਉਹਦੇ ਉਹ ਫਿਰ ਜਦੋਂ ਚੁਣਦਾ ਸੀ ਅਗਲੀ ਵਾਰੀ, ਉਹ ਸੋਚਦਾ ਸੀਗਾ ਕਿ ਇਹਨੂੰ ਤਾਂ ਹਟਾਓ, ਪਰ ਉਹਦੇ ਕੋਲ ਚੁਆਇਸ ਕੋਈ ਨਹੀਂ ਹੁੰਦੀ ਸੀ।
ਔਰ ਉਹ ਇਹ ਨਹੀਂ ਸੀ ਹਨਾ, ਉਹਦੇ ਕੋਲ ਚੁਆਇਸ ਕੋਈ ਨਹੀਂ ਸੀਗੀ, ਉਹ ਤਾਂ ਠੀਕ। ਚਲੋ ਕੁਝ ਸਮਾਂ ਨਾ ਅਲਟੀਮੇਟਲੀ ਉਹ ਇਸ ਨਤੀਜੇ ਤੇ ਪਹੁੰਚੇ ਕਿ ਵੀ ਸਾਡੀ ਤਾਂ ਬੇਵਸੀ ਆ, ਇਹਨਾਂ ਨੇ ਸਾਡੀ ਬੇਵਸੀ ਨੂੰ ਆਪਣੀ ਰਾਜਨੀਤੀ ਦਾ ਇੱਕ ਬੜਾ ਹਥਿਆਰ ਵੱਡਾ ਬਣਾ ਰਹੇ ਆ ਕਿ ਲੋਕਾਂ ਨੇ ਬਦਲਣਾ ਤਾਂ ਹੈ ਹੀ। ਹੁਣ ਤੁਸੀਂ ਕੱਲ ਜਿਹਨੂੰ ਕਹਿੰਦੇ ਸੀਗੇ ਕਿ ਮਾਹੌਲ ਐਸਾ ਕ੍ਰੀਏਟ ਹੋ ਗਿਆ ਕਿ ਰਲ ਕੇ ਚੱਲਦੇ ਆ, ਅਗਲੀ ਵਾਰੀ ਤੂੰ ਸਹੀ। ਇਹਦੇ ਤੇ ਲੋਕ ਬੜਾ ਇੱਕ ਮਖੌਲਾਨਾ ਵੀ ਵਿਆਖਿਆ ਇਹਦੀ ਕਰਦੇ ਰਹੇ ਹਨਾ ਕਿ ਜੀ ਹੁਣ ਮੇਰੀ ਵਾਰੀ, ਅਗਲੀ ਵਾਰੀ ਤੂੰ, ਹਨਾ, ਰਲ ਕੇ ਕੰਮ ਕਰਦੇ ਰਹੇ ਆ। ਸੋ ਇਸ ਕਰਕੇ ਉਹਨਾਂ ਦੇ ਇੱਕ ਦੂਜੇ ਦੇ ਗੁਨਾਹ ਲੁਕਾਉਣ ਦਾ ਜਿਹੜਾ ਪ੍ਰੋਸੈਸ ਰਿਹਾ ਪਿਛਲੇ 2-3 ਸਰਕਾਰਾਂ ਤੋਂ, ਉਸ ਦਾ ਅਸਰ ਵੀ ਲੋਕਾਂ ਦੇ ਉੱਤੇ ਸੀ। ਹੁਣ ਉਹਨਾਂ ਨੇ ਸਿਰਫ ਉਹਨਾਂ ਨੂੰ ਮਤਲਬ ਹਰਾਇਆ ਹੀ ਨਹੀਂ ਹੈ। ਮੈਨੂੰ ਇਹ ਲੱਗਦਾ ਆ ਕਿ ਕੁਛ ਪੋਲੀਟੀਕਲ ਫੋਰਸਸ ਐਸੀਆਂ ਜਿਹੜੀਆਂ ਹਮੇਸ਼ਾ ਲਈ ਖਤਮ ਹੋਏ ਔਰ ਉਹਨਾਂ ਦਾ ਦੁਬਾਰਾ ਉੱਠਣਾ ਸੰਭਵ ਹੀ ਨਹੀਂ ਲੱਗਦਾ। ਕੋਈ ਨਵੀਂ ਫੋਰਸ ਹੁਣ ਉੱਠੂਗੀ, ਕੋਈ ਨਵੀਆਂ। ਹੁਣ ਇਹ ਆ ਕਿ ਇਹ ਸੈਟਿਸਫਾਈ ਨਹੀਂ ਕਰਾ ਸਕਣਗੇ ਲੋਕਾਂ ਨੂੰ ਆਮ ਆਦਮੀ ਪਾਰਟੀ, ਕਿਉਂਕਿ ਉਹਦੇ ਬਹੁਤ ਸਾਰੇ ਰੀਜ਼ਨ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲੋਕ ਫਿਰ ਉਸ ਦੇ ਕੋਈ ਹੋਰ ਬੈਟਰ ਅਲਟਰਨੇਟਿਵ ਦੀ ਭਾਲ ਨਹੀਂ ਕਰਨਗੇ, ਲੇਕਿਨ ਇਹਨਾਂ ਚੋਂ ਕੋਈ ਨਹੀਂ ਹੋਊਗਾ ਜਿਹੜੇ ਉਹਨਾਂ ਨੇ ਹਰਾਏ ਆ। ਮੈਂ ਥੋੜਾ ਜਿਹਾ ਐਡ ਕਰਨਾ ਚਾਹੁੰਦਾ ਇਹਦੇ ਵਿੱਚ ਹੀ ਤੁਹਾਡੇ ਪੁਆਇੰਟ ਦੇ। ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਨਾ ਪਰਿਵਾਰ ਸੀ, ਪੋਲੀਟੀਕਲ ਪਰਿਵਾਰ, ਸਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਸਿਆਸਤ ਨੂੰ ਕੁਝ ਪਰਿਵਾਰ ਹੀ ਚਲਾ ਰਹੇ ਸੀ। ਸਿਆਸਤੀ ਨਹੀਂ, ਤਕਰੀਬਨ ਪੰਜਾਬ ਨੂੰ ਹੀ ਕੁਝ ਪਰਿਵਾਰ ਚਲਾ ਰਹੇ ਸੀ। ਉਹ ਪਰਿਵਾਰ ਜ਼ਰੂਰ ਲਾਂਭੇ ਹੋਣ ਦਾ ਰਾਹ ਖੁੱਲ੍ਹ ਗਿਆ, ਪਰ ਜਿਹੜੀ ਟ੍ਰੈਡੀਸ਼ਨਲ ਪੋਲੀਟੀਕਲ ਕਲਾਸ ਹੈ, ਕਾਂਗਰਸ ਹੈ, ਅਕਾਲੀ ਦਲ ਹੈ, ਮੈਂ ਹਜੇ ਵੀ ਸਮਝਦਾ ਵੀ ਉਹ ਖਤਮ ਨਹੀਂ ਹੋਣਗੇ ਸੀਨ ਤੋਂ। ਤੁਸੀਂ ਦੇਖਿਓ ਬੜੀ ਜਲਦੀ ਹੀ ਇਹ ਜਿਹੜਾ ਗੁੱਸੇ ਵਾਲਾ ਬੁਖਾਰ ਹੈ ਇਹ ਉਤਰਨ ਵਾਲਾ, ਕਿਉਂਕਿ ਜਿਸ ਤਰ੍ਹਾਂ ਦੀਆਂ ਲੋਕਾਂ ਦੀਆਂ ਇੱਛਾਵਾਂ ਹੈਗੀਆਂ ਉਹ ਪੂਰੀਆਂ ਕਰਨੀਆਂ। ਮੇਰੇ ਹਿਸਾਬ ਨਾਲ ਨਵੇਂ ਜਿਹੜੇ ਬੰਦੇ ਜਿੰਨੇ ਵੀ ਆਏ, ਮੈਂ ਵੈਸੇ ਤਾਂ ਉਹਨਾਂ ਨੂੰ ਸ਼ੁਭ ਇੱਛਾਵਾਂ ਦਿੰਦਾ, ਮੈਂ ਚਾਹੁੰਦਾ ਵੀ ਮੈਂ ਗਲਤ ਸਾਬਤ ਹੋਵਾਂ, ਪਰ ਮੈਨੂੰ ਸਾਰਿਆਂ ਨਾਲੋਂ ਵੱਡਾ ਖਦਸ਼ਾ ਵੀ ਉਹ ਜਿਹੜੀਆਂ ਪੋਲੀਟੀਕਲ ਪਰਿਵਾਰ ਤਾਂ ਖਤਮ ਹੋਣਗੇ, ਪਰ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਹੈਗੀਆਂ, ਕਿਉਂਕਿ ਉਹਨਾਂ ਦਾ ਵੋਟ ਸ਼ੇਅਰ ਹੁਣ ਵੀ ਕਿਤੇ ਜਿਹੜਾ ਹਵਾ 'ਚ ਨਹੀਂ ਉੱਡ ਗਿਆ, ਹਲੇ ਵੀ ਉਹਨਾਂ ਕੋਲ ਵੋਟ ਸ਼ੇਅਰ ਹੈਗਾ। ਨਹੀਂ, ਬਿਲਕੁਲ ਕਾਂਗਰਸ ਦਾ ਜੇ 24% ਹੈ, ਅਕਾਲੀ ਦਲ ਦਾ ਵੀ 18% ਸ਼ੇਅਰ। ਅਕਾਲੀ ਦਲ ਕੋਲ ਵੀ ਆਪਣਾ 20%, 18%, 15% ਵੋਟ ਬੈਂਕ ਹੈ। ਆ ਹਨੇਰੀ 'ਚ ਵੀ ਜਿਹੜਾ ਖੜਾ ਰਿਹਾ 18% ਅਕਾਲੀਆਂ ਕੋਲ ਇਸ ਵੇਲੇ। ਹਾਂ, ਮੈਂ ਉਹੀ ਕਿਹਾ ਵੀ ਉਹ ਇਸ ਕਰਕੇ ਟ੍ਰੈਡੀਸ਼ਨਲ ਜਿਹੜੀ ਪੋਲੀਟੀਕਲ ਕਲਾਸ ਹੈ ਉਹ ਐਸਾ ਚ ਪਾਰਟੀਆਂ ਦੀ ਆਈਡੀਓਲੋਜੀ ਥੋੜੀ ਬਹੁਤ ਜਿੰਨੀ ਵੀ ਹੈ, ਕੁਛ ਨਾ ਕੁਛ ਤਾਂ ਲੋਕ ਜੁੜੇ ਹੀ ਆ ਉਹਨਾਂ ਨਾਲ ਨਾ, ਉਹ ਖਤਮ ਨਹੀਂ ਹੋਣ ਵਾਲੀ। ਵੈਸੇ ਵੀ ਆਪੋਜੀਸ਼ਨ ਤਾਂ ਲੋੜ ਹੈ, ਜੇ ਮੰਨ ਲਓ ਆਪ ਰਹੇ ਵੀ ਪੰਜਾਬ 'ਚ ਕੱਲ ਨੂੰ, ਤਾਂ 1-2 ਪੋਲੀਟੀਕਲ ਪਾਰਟੀਆਂ ਦੀ ਤਾਂ ਹੋਰ ਲੋੜ ਹੈ। ਨਹੀਂ, ਇਹ ਜੰਡੂ ਸਾਹਿਬ ਇਹ ਗੱਲ ਠੀਕ ਆ। ਔਰ ਉਹ ਜਿਹੜਾ ਇੱਕ ਪੋਲੀਟੀਕਲ ਸਿਸਟਮ ਜਾਂ ਨਾ ਉਹਦੇ 'ਚ ਜਦੋਂ ਸੋਚਦੇ ਆ ਨਾ, ਮੈਂ ਉਸ ਐਂਗਲ ਤੋਂ ਗੱਲ ਕਰ ਰਿਹਾ ਕਿ ਉਹ ਜਿਹੜਾ 15% ਜਾਂ 25% ਵੋਟ ਸ਼ੇਅਰ ਆ, ਉਹ ਇੱਕ ਨਵੀਂ ਫਾਰਮੇਸ਼ਨ ਲੈ ਕੇ ਆਏਗਾ ਅੱਗੇ। ਇਹ ਪੁਰਾਣੇ ਲੋਕ ਨਹੀਂ ਹੋਣਗੇ, ਮੈਂ ਇਹ ਗੱਲ ਕਹੀ ਸੀ। ਬਿਲਕੁਲ, ਤੁਹਾਡੀ ਗੱਲ ਠੀਕ ਹੈ ਤੁਹਾਡੀ ਗੱਲ ਠੀਕ ਹੈ। ਅੱਛਾ, ਮੈਂ ਚਾਣੇ ਦੀ ਗੱਲ ਤਾਂ ਜਵਾਬ, ਹਾਂ ਬੋਲੋ ਜੀ। ਨਹੀਂ, ਤੁਸੀਂ ਕਰ ਲਓ ਗੱਲ, ਫਿਰ ਆਪਾਂ ਅੱਗੇ ਨਹੀਂ, ਮੈਂ ਇੰਨੀ ਗੱਲ ਕਹਿਣਾ, ਐਕਚੁਅਲੀ ਕੀ ਹੈ, ਡੈਮੋਕ੍ਰੇਸੀ ਹੈ ਨਾ, ਜਿਹੜੀ ਸਾਰੀ ਦੁਨੀਆ ਦੀਆਂ ਡੈਮੋਕ੍ਰੇਸੀਆਂ 'ਚ ਸਾਡੇ ਵੀ ਇਹ ਹੋਇਆ, ਇੱਕ ਰੂਲਿੰਗ ਐਲੀਟ, ਇੱਕ ਰੂਲਿੰਗ ਜਮਾਤ ਪੈਦਾ ਹੋ ਜਾਂਦੀ ਹੈ। ਉਹ ਜਮਾਤ ਸਾਡੇ ਬਿਲਕੁਲ ਸਾਂਝੇ ਲੈਵਲ ਤੇ ਉਹਨਾਂ ਦੇ ਸਾਰੇ ਇਕੱਠੇ ਜੁੜ ਗਏ, ਉਹ ਚਾਲੇ ਓਪਨਲੀ ਆਹ ਕੈਪਟਨ ਦੇ ਟਾਈਮ 'ਚ ਤਾਂ ਬਿਲਕੁਲ ਜੁੜ ਗਏ। ਜਮਾਤ ਹਰੇਕ ਥਾਵਾਂ ਤੇ ਪੈਦਾ ਹੁੰਦੀ ਹੈ ਇੱਕ, ਪਰ ਉਹਦੇ 'ਚ ਆਪੋਜੀਸ਼ਨ ਦਾ ਸਰੂਪ ਰਹਿੰਦਾ ਆਪਸ ਵਿੱਚ ਦੀ, ਇੱਕ ਆਇਆ ਦੂਜਾ ਆਇਆ, ਉਹਨੇ ਇੱਕ ਦੂਜੇ ਦੇ ਵਿਰੁੱਧ ਪਾਲਿਸੀਆਂ ਵੀ ਰੱਖਦੇ ਆ। ਸਾਡੇ ਇਹ ਸਾਂਝੀਆਂ ਹੀ ਪਾਲਿਸੀਆਂ ਹੋ ਗਈਆਂ ਸਾਰਿਆਂ ਦੀਆਂ, ਤੇ ਸਾਂਝਾ ਹੀ ਇਹਨਾਂ ਦਾ ਸਰੂਪ ਹੋ ਗਿਆ। ਉਹਦੇ ਵਿਰੁੱਧ ਜਿਹੜਾ ਉਸ ਨੂੰ ਲਾਹਿਆ, ਸਾਡੇ ਹੁਣ ਉਹ ਕਲਾਸ ਨਹੀਂ ਦੁਬਾਰਾ ਆ ਸਕਦੀ ਜਿਹੜੀ ਇਹ ਛੇਤਰਾਂ ਨੇ ਕਹੀ ਹੈ ਨਾ ਵੀ ਉਹ ਫੈਮਲੀਆਂ ਰਹਿਣਗੀਆਂ। ਫੈਮਲੀਆਂ ਨਹੀਂ ਰਹਿਣਗੀਆਂ, ਇੱਕ ਕਲਾਸ ਉਹਦੇ ਥਾਂ ਤੇ ਰਿਪਲੇਸਮੈਂਟ ਹੋਊਗੀ, ਪੂਰੀ ਨਾ ਹੋਊ, ਥੋੜੀ ਘਣੀ ਪਾਰਸ਼ਲੀ ਰਿਪਲੇਸਮੈਂਟ ਹੋਊ। ਰਿਪਲੇਸ ਹੋਣਾ ਉਸ ਪੁਰਾਣੀ ਕਲਾਸ ਨੇ, ਵੈਸੇ ਵੀ ਉਹਦੀ ਔਧ ਪੁੱਗ ਚੁੱਕੀ ਸੀ, ਤੇ ਉਹਦਾ ਸਟਾਈਲ ਹੈ ਜਿਹੜਾ ਕੰਮ ਕਰਨ ਦਾ ਉਹ ਨਹੀਂ ਚੱਲਦਾ ਹੁਣ। ਜਿਹੜਾ ਇੱਕ ਮਿੰਟ ਹੋਰ ਥੋੜੀ ਜਿਹੀ ਗੱਲ ਹੈ, ਤੁਸੀਂ ਇਹ ਸਾਰੀ ਕਲਾਸ ਕਾਂਗਰਸ ਦੀ ਤੇ ਅਕਾਲੀਆਂ ਦੀ, ਆਪਾਂ ਪਹਿਲਾਂ ਵੀ ਕੀਤਾ ਸੀ, ਇਹ ਬਿਜ਼ਨਸ ਪਹਿਲਾਂ ਹੋ ਗਿਆ ਇਹਨਾਂ ਦੇ ਅੱਗੇ, ਪੋਲਿਟਿਕਸ ਬਾਅਦ 'ਚ ਹੋ ਗਈ। ਓਪਨ ਬਿਜ਼ਨਸ ਦੇ ਇਹ ਬਿਜ਼ਨਸਮੈਨ ਬਣ ਗਏ ਸਾਰੇ, ਉਹ ਆਪਦੇ ਬਿਜ਼ਨਸ ਲਈ ਪੋਲਿਟਿਕਸ ਕਰਦੇ ਸੀਗੇ, ਉਸ ਨੂੰ ਬਿਜ਼ਨਸ ਨੂੰ ਪ੍ਰਮੋਟ ਕਰਨ ਲਈ। ਇਹ ਹੋ ਗਿਆ ਸੀ ਸਾਰਾ। ਹਾਂਜੀ ਸਾਹਿਬ, ਨਿਰਾ ਪੰਜਾਬ ਦੇ ਲੋਕਾਂ ਨੇ ਜਿਹੜੀਆਂ ਸਥਾਪਿਤ ਪਾਰਟੀਆਂ ਸੀ ਜਾਂ ਉਹਨਾਂ ਦੀ ਜਿਹੜੀ
ਸਵਾਰਥ ਸੀਗੇ ਉਹਨਾਂ ਨੂੰ ਹੀ ਰੱਦ ਨਹੀਂ ਕੀਤਾ, ਲੋਕਾਂ ਨੇ, ਪੰਜਾਬ ਦਿਆਂ ਨੇ ਜਾਤ ਪਾਤ ਨੂੰ ਵੀ ਰੱਦ ਕੀਤਾ, ਧਰਮ ਨੂੰ ਵੀ ਰੱਦ ਕੀਤਾ, ਫਿਰਕੂਵਾਦ ਨੂੰ ਵੀ ਰੱਦ ਕੀਤਾ। ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਪਾਰਟੀਆਂ ਨੇ ਇਹ ਸਲੋਗਨ ਲਾਇਆ ਸੀਗਾ ਕਿ ਦਲਿਤ ਭਾਈਚਾਰੇ ਦਾ ਅਸੀਂ ਜਿਹੜਾ ਚੀਫ ਮਿਨਿਸਟਰ ਲਾਇਆ ਉਹਨੂੰ ਵੀ ਲੋਕਾਂ ਨੇ ਰੱਦ ਕੀਤਾ। ਤੇ ਜਿਹੜੀਆਂ ਦੋ ਪਾਰਟੀਆਂ ਦੂਸਰੀਆਂ ਸੀ, ਅਕਾਲੀ ਦਲ ਸੀਗਾ, ਇਹਨੇ ਅਪ੍ਰੈਲ 2021 ਚ ਬਕਾਇਦਾ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਜਾ ਕੇ ਐਲਾਨ ਕੀਤਾ ਸੀਗਾ ਕਿ ਜੇ ਸਾਡੀ ਪਾਰਟੀ ਸੱਤਾ ਚ ਆਉਂਦੀ ਹੈ ਤਾਂ ਸਾਡਾ ਜਿਹੜਾ ਡਿਪਟੀ ਸੀਐਮ ਹੈ ਉਹ ਅਨੁਸੂਚਿਤ ਜਾਤੀਆਂ ਚ ਹੋਏਗਾ। ਇਸ ਤਰ੍ਹਾਂ ਹੀ ਕੁਝ ਚਿਰ ਬਾਅਦ ਭਾਰਤੀ ਜਨਤਾ ਪਾਰਟੀ ਨੇ ਐਲਾਨ ਕਰ ਦਿੱਤਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਹੈ ਉਹ ਅਨੁਸੂਚਿਤ ਜਾਤੀਆਂ ਚ ਹੋਏਗਾ। ਤੇ ਲੋਕਾਂ ਨੇ ਨਾ ਧਰਮ ਨੂੰ ਔਰ ਜਾਤ ਪਾਤ ਨੂੰ ਔਰ ਨਾਲ ਫਿਰਕੂਵਾਦ ਨੂੰ, ਤਿੰਨਾਂ ਚੀਜ਼ਾਂ ਨੂੰ ਵੀ ਰੱਦ ਕੀਤਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਅੱਛਾ, ਇਹਦੇ ਵਿੱਚ ਮੈਂ ਜਿਹੜਾ ਕਹਿਣਾ ਚਾਹਣਾ, ਇਹ ਜਿਹੜਾ ਜੰਡੂ ਤੇਰਾ ਸਟਾਈਲ ਸਵਾਲ ਦਾ ਸੀਗਾ ਨਾ, ਇਹ ਸਾਰਾ ਪੁਰਾਣਾ ਲੈਫਟ ਵਾਲਾ, ਉਹ ਵੀ ਪੁਰਾਣੇ ਲੈਫਟ ਵਾਲਾ ਵੀ ਫਿਰਕੂ ਤਾਕਤਾਂ ਨੂੰ ਕਰਤਾ ਸੈਕੂਲਰ, ਸਾਰਾ ਉਹ ਗੱਲ ਨਹੀਂ ਹੈ। ਸਵਾਲ ਇਹ ਹੈ ਵੀ ਸਾਨੂੰ ਦੇਖਣਾ ਪਊਗਾ ਸਾਡੇ ਉਸ ਕਿਸਮ ਦੀ ਕੰਟਰਾਡਿਕਸ਼ਨ ਫਿਰਕੂ ਵੀ ਹੈ ਨਹੀਂ, ਭਾਵੇਂ ਅਸੀਂ 84 ਦੇ ਦਿਨਾਂ 'ਚ ਬਣਾਈ ਤੇ ਬਣਵਾਈ ਗਈ ਜਾਂ ਬਾਹਰਲੀਆਂ ਤਾਕਤਾਂ ਨੇ ਬਣਾਤੀ, ਸਾਡੇ ਉਹਨਾਂ ਉਸ ਕਿਸਮ ਦਾ ਕਾਸਟ ਸਿਸਟਮ ਨਹੀਂ ਕੱਟੜ ਜਿਹੜਾ ਪੰਜਾਬ ਤੋਂ ਬਾਹਰ ਹੈ, ਤੇ ਨਾ ਸਾਡੇ ਉਸ ਕਿਸਮ ਦਾ ਫਿਰਕੂ ਸਾਰੀ ਗੱਲਬਾਤ ਹੈ, ਦੋਨੋਂ ਹੀ ਹੈ ਨਹੀਂ। ਇਹ ਜਿਹੜਾ ਇਸ ਕਿਸਮ ਦੀ ਇੰਟਰਪ੍ਰੀਟੇਸ਼ਨ ਆਪਾਂ ਕਰਦੇ ਰਹੇ ਹਾਂ, ਲੈਫਟ ਦੀ ਇੰਟਰਪ੍ਰੀਟੇਸ਼ਨ ਥੋੜੀ ਜੀ ਜ਼ਿਆਦਾ ਵੀ ਐਗਜ਼ੈਜਰੇਟਡ ਕੀਤੀ ਵੀ ਹੈਗੀ ਹੈ। ਸਾਡੇ ਹੈ ਹੀ ਨਹੀਂ ਇਸ ਕਿਸਮ ਦਾ, ਦੇਖੋ ਬਿਲਕੁਲ ਨਹੀਂ ਚੱਲਿਆ ਇਹਨਾਂ ਦਾ ਜਿਹੜਾ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਸਾਡਾ ਇਤਿਹਾਸ ਸੀਗਾ ਲੋਕਾਂ ਨੇ ਉਹਦੇ ਤੇ ਹੀ ਮੋਹਰ ਲਾਈ ਹੈ। ਮੈਂ ਕਹਿੰਦਾ ਇਹੀ ਸੀਗਾ ਕਿ ਇਸ ਵਾਰ ਜਿਨ੍ਹਾਂ ਲੋਕਾਂ ਨੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਅਨੁਸੂਚਿਤ ਜਾਤੀਆਂ 'ਚ ਮੁੱਖ ਮੰਤਰੀ ਲਿਆ ਕੇ ਜਿੱਤ ਪ੍ਰਾਪਤ ਕਰ ਲਵਾਂਗੇ, ਜਾਂ ਜੋ ਕੁਝ ਅਸੀਂ ਲੋਕਾਂ ਨਾਲ ਵਾਅਦੇ ਨਹੀਂ ਪੂਰੇ ਕੀਤੇ ਉਹਨੂੰ ਅਸੀਂ ਢੱਕ ਲਵਾਂਗੇ। ਸਿੱਧੂ ਸਾਹਿਬ ਸਵਾਲ ਇੱਕ ਐਡ ਕਰਨਾ ਚਾਹੁੰਦਾ, ਤੁਸੀਂ ਬੜੀ ਵਧੀਆ ਮੁੱਦਾ ਉਠਾਇਆ ਕਿ ਪੰਜਾਬ ਜਿਹੜਾ ਨਾ ਜਦੋਂ ਪੀਕ ਦੀ ਖਾਲਿਸਤਾਨ ਦੀ ਮੂਵਮੈਂਟ ਵੀ ਸੀ ਉਦੋਂ ਵੀ ਕਮਿਊਨਲਾਈਜ਼ ਨਹੀਂ ਹੋਇਆ, ਇਹਦੇ ਚ ਉਦੋਂ ਵੀ ਨਹੀਂ ਹੋਇਆ। ਤੁਸੀਂ ਇਸ ਗੱਲ ਕਰਕੇ ਜਿਹੜੀ ਸਟਾਈਲ ਹੈ ਨਾ ਆਪਣਾ, ਇਹ ਬਿਲਕੁਲ ਲੈਫਟ ਦਾ ਟਿਪੀਕਲ ਸਟਾਈਲ ਆ। ਮਾਫ ਕਰਨਾ, ਵੈਸੇ ਆਪਾਂ ਤਿੰਨੇ ਸਾਰੇ ਲੈਫਟ ਵਾਲੇ ਪਾਸੇ ਦੇ ਆ, ਕੋਈ ਇਹੋ ਜਿਹੀ ਗੱਲ ਹੈ ਨਹੀਂ। ਗੱਲ ਤਾਂ ਇਹ ਹੈ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਸੀ ਨਾ ਉਹ ਇਹ ਸੀਗੀ ਕਿ ਸਾਡਾ ਜਿਹੜਾ ਇਤਿਹਾਸ ਰਿਹਾ ਹੈ ਕਿ ਹਮੇਸ਼ਾ ਹੀ ਪੰਜਾਬ ਨੇ ਸੈਕੂਲਰ ਜਿਹੜਾ ਬਿਹੇਵ ਕੀਤਾ ਹੈ, ਤੇ ਇਸ ਵਾਰ ਵੀ ਜਿਨ੍ਹਾਂ ਪਾਰਟੀਆਂ ਨੇ ਇਸ ਕਿਸਮ ਦਾ ਕਰਨ ਦਾ ਯਤਨ ਕੀਤਾ, ਲੋਕਾਂ ਨੇ ਉਹਨਾਂ ਪਾਰਟੀਆਂ ਨੂੰ ਰੱਦ ਕੀਤਾ। ਦੇਖੋ ਪਹਿਲੀ ਗੱਲ ਤਾਂ ਇਹਨਾਂ ਛੋਟੀ ਜਿਹੀ ਐਗਜ਼ਾਮਪਲ ਦੇ ਦਿਆਂ, ਜਿਹੜੀ ਤੁਸੀਂ ਗੱਲ ਕਹੀ ਹੈ, ਇੱਕ ਪੱਤਰਕਾਰ ਹੈ ਸੂਰੀ, ਉਹਨੂੰ ਪੂਰਾ ਨਾਂ ਸੰਜੇ ਸੂਰੀ ਹੈ, ਜਿਹਨੇ ਕਿਤਾਬ ਲਿਖੀ ਸੀ, ਉਹਦੀ ਇੱਕ ਬੜੀ ਕੋਟੇਸ਼ਨ ਹੈ, ਬਾਰ-ਬਾਰ ਉਹਨੇ ਇੰਟਰਵਿਊ 'ਚ ਕਹੀ ਹੈ, ਬਾਰ-ਬਾਰ ਲੋਕਾਂ ਨੇ ਰਿਪੀਟ ਵੀ ਕੀਤੀ ਹੈ, ਇੱਥੇ ਬੜੀ ਢੁੱਕਦੀ ਹੈ। ਕਹਿੰਦਾ ਉਹ ਜਦੋਂ ਸੰਤ ਭਿੰਡਰਾਂ ਵਾਲੇ ਉਹਨਾਂ ਦਾ ਜਿਹੜਾ ਹੋ ਗਿਆ, ਜੋ ਵੀ ਸ਼ਹੀਦੀ ਕਹਿ ਲਓ, ਜੋ ਵੀ ਉਹਨੂੰ ਕਹਿਣਾ ਚਾਹੋ ਆਪਣੇ ਆਪਣੇ ਲੈਵਲ ਤੇ, ਤਾਂ ਉਹ ਤੋਂ ਬਾਅਦ ਉਹ ਪੱਤਰਕਾਰ ਹੈ ਜਿਹੜਾ ਦਿੱਲੀ ਤੋਂ ਚੱਲ ਕੇ ਕਿਸੇ ਮੇਨ ਸਟ੍ਰੀਮ ਅਖਬਾਰ ਤੋਂ ਉਹਨਾਂ ਦੇ ਘਰ ਜਾਂਦਾ ਰੋਡੇ ਪਿੰਡ 'ਚ, ਤੇ ਉਹ ਜਿਹੜਾ ਇੱਕ ਹਿੰਦੂ ਪੱਤਰਕਾਰ ਹੈ ਉਸ ਮਾਹੌਲ 'ਚ ਦਿੱਲੀ ਤੋਂ ਡਰਿਆ ਹੋਇਆ ਆਇਆ, ਤੇ ਉਹਨੂੰ ਐ ਲੱਗਦਾ ਸੀ ਕਿ ਜਾਣਾ ਵੀ ਜ਼ਰੂਰੀ ਹੈ, ਮੈਂ ਦੇਖਣਾ ਚਾਹੁੰਦਾ ਉੱਥੇ ਜਾ ਕੇ। ਤੇ ਉਹ ਉਹਨਾਂ ਦੇ ਘਰ 'ਚ ਜਦੋਂ ਗਿਆ ਤੇ ਪਿੰਡ 'ਚ ਗਿਆ, ਉਦੋਂ ਬਾਅਦ ਬੜੀ ਖੂਬਸੂਰਤ ਉਹਨੇ ਮੇਰੇ ਖਿਆਲ ਕਿਤਾਬ ਦੇ ਵਿੱਚ ਇਹਦਾ ਬਿਆਨ ਕੀਤਾ ਹੋਇਆ, ਕਿੰਨੇ ਸਹਿਜ ਮੇਰੀ ਸੇਵਾ ਹੋਈ, ਮੇਰੀ ਸੇਵਾ ਹੋਈ, ਠੀਕ ਹੈ ਨਾ। ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਕਮਿਊਨਲ ਪੋਲਿਟਿਕਸ, ਹਾਲਾਂਕਿ ਜਿਹੜਾ ਸਟੇਟ ਹੈ ਇੰਡੀਅਨ, ਉਹ ਉਹਨੂੰ ਕਮਿਊਨਲਾਈਜ਼ ਕਿਵੇਂ ਕਰਦੀ ਰਹੀ, ਉਹ ਲੰਮਾ ਚੌੜਾ ਉਹ ਚਲੋ ਉਹਦੇ ਚ ਆਪਾਂ ਨਹੀਂ ਜਾਂਦੇ, ਪਹਿਲਾਂ ਹੀ ਸ਼ੁਰੂ ਹੋ ਗਿਆ ਹੋਇਆ ਸੀ, ਠੀਕ ਹੈ ਨਾ ਜੀ। ਉਹ ਤਾਂ ਡਿਟੇਲ ਚ ਜਾਵਾਂਗੇ ਤਾਂ ਵੱਖਰੇ ਕਈ ਸ਼ੋਅ ਹੋ ਸਕਦੇ ਆ। ਸੋ ਮੇਰੇ ਕਹਿਣ ਦਾ ਮਤਲਬ ਹੈ ਕਮਿਊਨਲਾਈਜ਼। ਤੇ ਮੈਂ ਗੱਲ ਪੂਰੀ ਕਰ ਲਾਂ, ਕੱਲ ਛੇਤਰੇ ਨੇ ਗੱਲ ਕਰ ਲਈ ਕਰ ਲਓ ਤੁਸੀਂ। ਛੇਤਰੇ ਦੀ ਗੱਲ ਬਿਲਕੁਲ ਠੀਕ ਹੈ। ਪੰਜਾਬ ਵਿੱਚ ਅਸਲ ਵਿੱਚ ਮੈਂ ਕਹਿੰਦਾ ਜਿਹੜਾ ਹੁਣ ਚਾਹੁੰਦਾ ਵੀ ਅਸੀਂ ਸਾਰੇ ਇਸ ਸਟੇਜ ਤੇ ਪਹੁੰਚ ਗਏ ਆ, ਸਾਨੂੰ ਉਹਨਾਂ ਟਰਮਾਂ ਵਿੱਚ, ਉਹਨਾਂ ਈਡੀਅਮ ਵਿੱਚ ਗੱਲ ਪੁਰਾਣਿਆਂ 'ਚ ਨਹੀਂ ਕਰਨੀ ਚਾਹੀਦੀ, ਅਵੋਇਡ ਕਰਨਾ ਚਾਹੀਦਾ। ਮੈਂ ਤਾਂ ਕਰਦਾ, ਚਲੋ ਜਿਹਨੇ ਕਰਨਾ, ਮੈਨੂੰ ਕਿਸੇ ਤੇ ਇਤਰਾਜ਼ ਵੀ ਨਹੀਂ ਕੋਈ। ਮੈਨੂੰ ਸਿੱਧੂ ਸਾਹਿਬ ਇੱਕ ਗੱਲ ਤੋਂ ਤਾਂ ਇਨਕਾਰ ਨਹੀਂ ਨਾ ਕਰਦਾ। ਸਾਨੂੰ ਇੱਕ ਗੱਲ ਜ਼ਰੂਰ ਮੇਰੀ ਜੰਡੂ ਸੁਣਾ, ਸਾਨੂੰ ਉਹ ਟਰਮਾਂ 'ਚ ਗੱਲ ਕਰਨ ਨਾਲ ਸਾਡੀ ਅੱਜ ਦੀ ਰਿਐਲਿਟੀ ਤੋਂ ਅਸੀਂ ਹੋਰ ਕੋਹਾਂ ਬਾਰ ਦੂਰ ਚਲੇ ਜਾਂਦੇ ਆ। ਵੈਸੇ ਤਾਂ ਜਿਹੜਾ ਨਾ 84 ਵਾਲਾ ਦੌਰ ਵੀ ਹੈ, 84 ਵਾਲਾ ਦੌਰ ਵੀ ਕੋਈ ਕਹਿਣਾ ਚਾਹੁੰਦੇ? ਹਾਂਜੀ ਚਾਹੁੰਦਾ ਮੈਂ ਸਿਰਫ ਇਹ ਗੱਲ ਕਰਨੀ ਚਾਹੁੰਦਾ ਕਿ ਆਪਾਂ ਥੋੜਾ ਜਿਹਾ ਸਾਈਡ ਟਰੈਕ ਹੋ ਗਿਆ ਸਾਰੀ ਗੱਲਬਾਤ। ਜਦੋਂ ਅਸੀਂ ਇਹਨੂੰ ਇਸ ਦ੍ਰਿਸ਼ਟੀਕੋਣ ਤੋਂ ਵੀ ਦੇਖੀਏ ਨਾ, ਜਿਹੜਾ ਜੰਡੂ ਸਾਹਿਬ ਨੇ ਵੀ ਗੱਲ ਉਠਾਈ ਆ, ਭਾਵੇਂ ਸਿੱਧੂ ਸਾਹਿਬ ਨੂੰ ਲੱਗਾ ਕਿ ਵੀ ਸ਼ਾਇਦ ਲੈਫਟ ਵਾਲਾ ਪੈਂਤੜਾ ਹੈਗਾ,
ਜਦੋਂ ਅਸੀਂ ਇਹਨੂੰ ਬੜੇ ਧਿਆਨ ਨਾਲ ਦੇਖੀਏ ਵੋਟਾਂ ਦਾ ਪੈਟਰਨ ਕੀ ਰਿਹਾ ਤੇ ਜਿਸ ਤਰ੍ਹਾਂ ਇਹ ਆਪਣੇ ਰਿਲੀਜਨ ਤੇ ਪੋਲਿਟਿਕਸ ਵੱਖਰੀ ਵੱਖਰੀ ਹੋਣ ਦੀਆਂ ਅਸੀਂ ਪਿਛਲੇ ਕਾਫੀ ਸਮੇਂ ਤੋਂ ਗੱਲਾਂ ਵੀ ਕਰਦੇ ਆ ਰਹੇ, ਲੇਕਿਨ ਕੋਸ਼ਿਸ਼ ਵੀ ਕੀਤੀ, ਸ਼ਾਇਦ ਅਸੀਂ ਕਨਸਟੀਟਿਊਸ਼ਨ ਦੇ ਵਿੱਚ ਵੀ ਇਹਦੇ ਲਈ ਪ੍ਰੋਵੀਜ਼ਨ ਰੱਖਿਆ ਹੋਇਆ, ਜਿਹਦੇ ਵਿੱਚੋਂ ਹੀ ਇਹ ਗੱਲ ਨਿਕਲੀ ਸੀਗੀ ਕਿ ਅਕਾਲੀ ਦਲ, ਪਿਛਲੀ ਵਾਰੀ ਤੁਸੀਂ ਸਵਾਲ ਕੀਤਾ ਸੀਗਾ ਕਿ ਉਹ ਅਕਾਲੀ ਦਲ ਨੇ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਰਿਲੀਜੀਅਸ ਪਾਰਟੀ ਦੇ ਤੌਰ ਦੇ ਉੱਤੇ ਹਨਾ ਇਕੱਠੀ ਇਹ ਜਿਹੜਾ ਨਾ ਅਸੀਂ ਜਿਹੜੇ ਨਾ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਜਿਹੜੀ ਚੀਜ਼ ਨੂੰ ਅਸਲ ਦੇ ਵਿੱਚ ਚਾਹੁੰਦੇ ਸੀ ਜਾਂ ਜਿਹੜੀ ਹੋਣੀ ਚਾਹੀਦੀ ਸੀ, ਉਹ ਲੋਕਾਂ ਨੇ ਵੋਟ ਪਾ ਕੇ ਰਾਜਨੀਤੀ ਤੇ ਧਰਮ ਨੂੰ ਅਲੱਗ-ਅਲੱਗ ਕਰ ਦਿੱਤਾ। ਮੈਂ ਫਿਰ ਰਿਪੀਟ ਕਰਾਂ ਕਿ ਵੋਟਾਂ ਪਾ ਕੇ ਲੋਕਾਂ ਨੇ ਉਹਨੂੰ ਅਲੱਗ-ਅਲੱਗ ਕਰ ਦਿੱਤਾ, ਕਿਉਂਕਿ ਜਿਹੜੀਆਂ ਉਮੀਦਾਂ ਲਾਈਆਂ ਗਈਆਂ ਸੀਗੀਆਂ ਸਾਡੇ ਧਾਰਮਿਕ ਡੇਰਿਆਂ ਤੋਂ ਤੇ ਜਿਹੜੀਆਂ ਉਹਨਾਂ ਨੇ ਯਤਨ ਵੀ ਕੀਤੇ, ਲੋਕ ਉਸ ਤਰ੍ਹਾਂ ਜਿਹੜਾ ਉਹ ਪ੍ਰਵਾਨਗੀ ਉਹਨਾਂ ਨੇ ਉਸ ਨੂੰ ਉਸ ਤਰ੍ਹਾਂ ਪ੍ਰਵਾਨ ਨਹੀਂ ਕੀਤਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਕਿਉਂਕਿ ਜਿੰਨਾ ਜਿਸ ਇਕੱਠ ਉੱਥੇ ਪ੍ਰਾਈਮ ਮਿਨਿਸਟਰ ਨੂੰ ਸਵਾਗਤ ਕਰਦੇ ਲਈ ਵੀ ਕੀਤਾ ਗਿਆ ਹਨਾ, ਸਾਡੇ ਧਾਰਮਿਕ ਜਿਹੜੇ ਮੁਖੀ ਹੈਗੇ ਆ ਕਈ ਡੇਰਿਆਂ ਦੇ, ਉਹਨਾਂ ਵੱਲੋਂ ਵੀ, ਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਇਆ, ਲੋਕਾਂ ਨੇ ਵੋਟ ਪਾਉਣ ਵੇਲੇ ਮੇਰਾ ਖਿਆਲ ਹੈ ਕਿ ਆਪਣੀ ਮਰਜ਼ੀ ਦੇ ਮੁਤਾਬਕ, ਆਪਣੀ ਸਮਝ ਤੋਂ ਕੰਮ ਲਿਆ ਆਪਣੇ ਤੋਂ ਕਿ ਉਹਨਾਂ ਨੂੰ ਵੋਟ ਕਿੱਥੇ ਪਾਉਣੀ ਚਾਹੀਦੀ ਆ। ਮੈਂ ਇੱਕ ਸੀਟ ਦੇ ਉੱਤੇ ਇਸ ਨੂੰ ਬਰੀਕੀ ਦੇ ਨਾਲ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਉਹ ਤੁਸੀਂ ਹੈਰਾਨ ਹੋਵੋਗੇ ਉਹਦਾ ਰਿਜ਼ਲਟ ਸੁਣ ਕੇ ਕਿ ਉਹ ਬੂਥ ਜਿਨ੍ਹਾਂ ਦੇ ਨਾਲ ਅਨੁਸੂਚਿਤ ਜਾਤੀ ਦੇ ਵੋਟ ਬਹੁਤ ਭਾਰੀ ਗਿਣਤੀ 'ਚ ਜੁੜੇ ਹੋਏ ਸੀ, ਜਿਹਨਾਂ ਅਸੀਂ ਕਹਿ ਸਕਦੇ ਕਿ ਉਹ ਬੂਥ ਦੇ ਉੱਤੇ ਜਿਹੜੀ ਨਾ ਬਹੁਤ ਭਾਰੀ ਗਿਣਤੀ ਉਹਨਾਂ ਦੀ ਸੀ, ਉਹਨਾਂ ਦੀ ਜਿਹੜੀ ਪਰਸੈਂਟੇਜ ਰਹੀ ਵੋਟਾਂ ਦੀ, ਉਹ ਦੂਸਰੀਆਂ ਦੇ ਨਾਲੋਂ ਬਿਲਕੁਲ ਹੈਰਾਨ ਕਰਨ ਵਾਲੀ ਗੱਲ ਹੈਗੀ ਆ। ਪੂਰੀ ਦੀ ਪੂਰੀ ਸੀਟ ਦੇ ਉੱਤੇ ਦਲਿਤ ਵੋਟਾਂ ਵਾਲੇ ਬੂਥ ਹੈ ਜਿਹੜੇ, ਉਹਨਾਂ ਦੀ ਪਰਸੈਂਟੇਜ 49% ਤੋਂ ਲੈ ਕੇ 53% ਤੱਕ ਆ, ਜਿਹਦਾ ਅਸੀਂ ਕੈਲਕੂਲੇਸ਼ਨ ਕੀਤੀ ਇੱਕ ਸੀਟ ਦੀ। ਔਰ ਦੂਸਰੇ ਪਾਸੇ ਉਸੇ ਸੀਟ ਦੇ ਉੱਤੇ ਜਨਰਲ ਵੋਟਾਂ ਦੀ ਜਿਹੜੀ ਆ ਗਿਣਤੀ 78% ਤੱਕ 75% ਤੱਕ ਇਸ ਤਰ੍ਹਾਂ ਰਹੀ ਆ। ਹੁਣ ਇਹ ਤੁਹਾਡੀ ਗੱਲ 'ਚ ਮੈਂ ਐਡ ਕਰਨਾ ਚਾਹੁੰਦਾ, ਦੇਖੋ ਪੰਜਾਬ ਦੇ ਅੰਦਰ ਜਿਹੜੀਆਂ ਰਾਖਵੀਆਂ ਸੀਟਾਂ ਆ ਉਹ ਹੈਗੀਆਂ 34 ਤੇ ਕਾਂਗਰਸ ਨੂੰ ਪਿਛਲੀ ਵਾਰ 21 ਸੀਟਾਂ ਮਿਲੀਆਂ ਸੀ, ਪਰ ਇਸ ਵਾਰ 5 ਮਿਲੀਆਂ ਉਸੇ ਹਲਕਿਆਂ 'ਚ। ਮੈਂ ਸੀਟ ਦੀ ਗੱਲ ਨਹੀਂ ਕਰ ਰਿਹਾ, ਸਿਰਫ ਬੂਥ ਦੀ ਗੱਲ ਕਰ ਰਿਹਾ ਕਿ ਜਿਹੜੇ ਬੂਥ ਨਾਲ ਜੁੜੀਆਂ ਹੋਈਆਂ ਸੀਗੀਆਂ ਜਿਹੜੇ ਅਨੁਸੂਚਿਤ ਜਾਤੀ ਦੇ ਵੋਟ ਜੁੜੇ ਹੋਏ ਸੀਗੇ, ਉਹਨਾਂ ਦੀ ਪਰਸੈਂਟੇਜ ਥੱਲੇ ਗਿਰੀ ਹੈ ਹਨਾ। ਉਹ ਇੱਕ ਰਿਐਲਿਟੀ, ਉਹ ਥੱਲੇ ਜਨਰਲ ਵੋਟਾਂ ਜਿਹੜੀਆਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਹਨਾ, ਅਸੀਂ ਉੱਦਾਂ ਜਨਰਲ ਪੰਜਾਬ ਦੀ ਜਿਹੜੀ ਵੋਟਿੰਗ ਪਰਸੈਂਟੇਜ ਹੈਗੀ ਆ ਉਹ ਵੱਖਰੀ ਆ ਹਨਾ, ਉਸ ਤੋਂ ਕਿਤੇ ਥੱਲੇ ਆ ਕੇ ਤੁਸੀਂ ਮੈਕਸੀਮਮ ਤੇ ਵੀ ਆ ਜਾਓ ਤਾਂ ਉਸ ਮਤਲਬ ਹੋਰ ਸੀਟਾਂ ਤੇ ਹੋ ਸਕਦਾ ਇਹ ਪੈਟਰਨ ਨਾ ਰਿਹਾ, ਲੇਕਿਨ ਉਹ 53%। ਉਹਦਾ ਮਤਲਬ ਵੀ ਕੀ ਨਿਕਲਦਾ, ਮਤਲਬ ਉਹਦਾ ਇਹ ਬਹੁਤ ਔਖਾ ਐਨਾਲਾਈਜ਼ ਕਰਨਾ ਕਿ ਘਰ ਰਹਿਣਾ, ਜਦੋਂ ਕਿ ਪਿਛਲੀਆਂ ਸਾਰੀਆਂ ਹੀ ਚੋਣਾਂ ਦੇ ਵਿੱਚ ਮੈਕਸੀਮਮ ਵੋਟ ਪਾਉਣ ਵਾਲੇ ਜਿਹੜੇ ਲੋਕ ਹੁੰਦੇ ਸੀਗੇ ਉਹ ਦੱਬੇ ਕੁਚਲੇ ਤਬਕਿਆਂ ਦੇ ਜਾਂ ਅਨੁਸੂਚਿਤ ਜਾਤੀ ਦੇ ਲੋਕ, ਉਹ ਜ਼ਿਆਦਾ ਉਤਸ਼ਾਹ ਦੇ ਨਾਲ ਜਾਂਦੇ ਸੀ ਵੋਟਾਂ ਪਾਉਣ, ਔਰ ਉਹ ਜ਼ਿਆਦਾ ਲੰਬੀਆਂ ਕਤਾਰਾਂ ਨਾ ਉਹ ਉਹਨਾਂ ਦੀਆਂ ਹੁੰਦੀਆਂ ਸੀਗੀਆਂ। ਸਗੋਂ ਇਹ ਸੀਗੇ ਪੜ੍ਹੇ ਲਿਖੇ ਲੋਕ ਜਾਂ ਸ਼ਹਿਰ ਜਾਂ ਜਿਨ੍ਹਾਂ ਦੇ ਕਾਰੋਬਾਰ ਚੰਗੇ ਆ ਉਹ ਘੱਟ ਨਿਕਲਦੇ ਸੀ ਵੋਟ ਪਾਉਣ। ਜਾਣੀ ਪਹਿਲਾਂ ਦਾ ਇੱਕ ਅੰਡਰਸਟੈਂਡਿੰਗ ਇੱਦਾਂ ਦੀ ਬਣੀ ਹੋਈ ਸੀ ਜਿਹੜੀ ਇਸ ਵਾਰ ਉਹ ਨਹੀਂ ਰਹੀ। ਔਰ ਇਹ ਹੁਣ ਇਹ ਸਾਡਾ ਕੰਮ ਹੈ ਇਹ ਜਾਣਨਾ ਕਿ ਵੀ ਇਹ ਇੱਦਾਂ ਕਿਉਂ ਵਾਪਰਿਆ ਹਨਾ। ਔਰ ਇਹ ਜਿਹੜਾ ਨਵੇਂ ਕਿਸਮ ਦਾ ਸਾਡੇ ਸਾਹਮਣੇ ਮਾਹੌਲ ਆਇਆ ਵੀ ਉਹ ਕਿਸ ਤਰ੍ਹਾਂ ਹੋਇਆ। ਮੈਂ ਇਹ ਕਹਿਣਾ ਇਹ ਚਾਹੁੰਦਾ ਹਾਂ ਕਿ ਵੀ ਚਾਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ 'ਚ ਹੋਰ ਕਲੈਰਿਟੀ ਆਏਗੀ। ਲੋਕ ਇਹ ਨਹੀਂ ਕਿ ਲੋਕ ਧਰਮ ਤੋਂ ਹੋ ਸਕਦਾ ਕਿ ਹੋਰ ਜ਼ਿਆਦਾ ਧਾਰਮਿਕ ਜ਼ਿਆਦਾ ਹੋਰ ਹੋ ਜਾਣ, ਇਹਦੇ 'ਚ ਕੋਈ ਸ਼ੱਕ ਨਹੀਂ। ਲੋਕਾਂ ਦੀਆਂ ਮੁਸ਼ਕਲਾਂ, ਤਕਲੀਫਾਂ, ਦੁੱਖ ਇੰਨੇ ਹੈਗੇ ਆ, ਉਹਨਾਂ ਦਾ ਧਾਰਮਿਕ ਡੇਰਿਆਂ ਦੇ ਉੱਤੇ ਜਾਣਾ ਕਰਨਾ ਜਿਹੜਾ ਨਾ ਉਹ ਹੋ ਸਕਦਾ ਵਧੇ, ਲੇਕਿਨ ਉਹ ਧਰਮ ਨੂੰ ਤੇ ਰਾਜਨੀਤੀ ਨੂੰ ਇੱਕ ਅਲੱਗ-ਅਲੱਗ ਕਰਕੇ ਦੇਖਣ ਦਾ ਇੱਕ ਸਟਰੋਂਗ ਟ੍ਰੈਂਡ ਨਜ਼ਰ ਆ ਰਿਹਾ, ਜਿਹਦਾ ਝਲਕਾਰਾ ਪਿਆ ਇਸ ਵਾਰ। ਲੋਕਾਂ ਨੇ ਆਪਣੀ ਮਰਜ਼ੀ ਦੇ ਜਾਂ ਵੋਟ ਪਾਉਣ ਗਏ ਹੀ ਨਹੀਂ ਜਾਂ ਫਿਰ ਉਹਨਾਂ ਨੇ ਆਪਣੀ ਮਰਜ਼ੀ ਵੀ ਕੀਤੀ ਹੈਗੀ ਹੈ। ਪ੍ਰਭਾਵ ਪਿਆ ਹੈ ਲੇਕਿਨ ਕਿਸ ਹੱਦ ਤੱਕ ਪਿਆ, ਹਰ ਜਗ੍ਹਾ ਨਹੀਂ ਪਿਆ।
ਹਰ ਥਾਂ ਇੱਕੋ ਜਿਹਾ ਨਹੀਂ ਰਿਹਾ ਹੈਗਾ। ਇੱਕ ਸੋ ਇਸ ਫੈਕਟਰ ਕਰਕੇ ਆਪਾਂ ਇਹ ਜੀ ਜੀ ਇੱਕ ਜੀ ਫੈਕਟਰ ਹੋਰ ਵੀ ਹੈ ਜਿਹੜਾ ਮੈਂ ਸਮਝਦਾ ਕਿ ਇਸ ਵਾਰੀ ਜਿਹੜਾ ਜਦੋਂ ਆਪਾਂ ਗੱਲ ਕੀਤੀ ਹੈ ਕਿ ਪਿਛਲੇ 20-25 ਸਾਲ ਤੋਂ ਇੱਕ ਪੈਟਰਨ ਦੇਖ ਰਹੇ ਹਾਂ ਆਪਾਂ ਪੰਜਾਬ 'ਚ, ਬਾਕੀ ਚੀਜ਼ਾਂ ਨੂੰ ਛੱਡ ਵੀ ਦਈਏ, ਚਲੋ ਟਰਾਂਸਪੋਰਟ ਮਾਫੀਆ ਨੂੰ ਇੱਕ ਪਾਸੇ ਛੱਡ ਦਈਏ, ਲੋਕਲ ਲੈਵਲ ਦੇ ਉੱਤੇ ਜਿਹੜੇ ਬੈਠੇ ਆ, ਜਿਹੜੇ MLA ਪਾਰਟੀਆਂ ਦੇ ਜਿਹੜੇ ਹਲਕਾ ਇੰਚਾਰਜ ਸਿਸਟਮ ਬਣਾਇਆ ਹੋਇਆ, ਉਹ ਕਾਂਗਰਸ ਨੇ ਵੀ ਉਹਨੂੰ ਤਕਰੀਬਨ ਫੋਲੋ ਕੀਤਾ, ਅਕਾਲੀਆਂ ਦਾ ਬਣਾਇਆ ਹੋਇਆ। ਉਹ ਹਲਕਾ ਇੰਚਾਰਜ ਸਿਸਟਮ ਦਾ ਮਤਲਬ ਇਹ ਹੈ ਕਿ ਜਿਹੜਾ ਹਾਰਿਆ ਹੋਇਆ MLA ਹੈ ਚਾਹੇ ਜਿੱਤਿਆ ਹੋਇਆ, ਉਹ ਜਿਹੜਾ ਪੁਲਿਸ ਦਾ ਤੰਤਰ ਹੈ ਮੇਨਲੀ ਉਹਦੇ ਨਾਲ ਮਿਲ ਕੇ, ਠੀਕ ਹੈ ਨਾ ਜੀ, ਇੱਕ ਤਰ੍ਹਾਂ ਨਾਲ ਉਹ ਵੀ ਇੱਕ ਮਾਫੀਏ ਦੇ ਤੌਰ ਤੇ ਕੰਮ ਕਰ ਰਿਹਾ ਸੀ ਥੱਲੇ। ਸੋ ਲੋਕ ਦੇਖਦੇ ਸੀ ਵੀ ਅਸੀਂ ਜੇ ਕੋਈ ਵੀ ਗੱਲ ਹੈ ਥੱਲੇ, ਲੋਕ ਚਿੱਟੇ ਦੀ ਗੱਲ ਕਰ ਲਈਏ, ਜੇ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ, ਹਾਲਾਂਕਿ ਉਹਦਾ ਚਲੋ ਉਹ ਲੰਮਾ ਚੌੜਾ ਇਹ ਵੀ ਸਵਾਲ ਹੈ ਵੀ ਚਿੱਟਾ ਵਿਕ ਕਿਉਂ ਰਿਹਾ, ਲੋਕ ਕਿਉਂ, ਮਾਨਸਿਕ ਪ੍ਰੋਬਲਮ ਹੈ, ਆਰਥਿਕ ਪ੍ਰੋਬਲਮ ਹੈ, ਬਹੁਤ ਸਾਰੇ ਡਾਇਮੈਂਸ਼ਨ ਉਹਦੀਆਂ ਹੈਗੀਆਂ, ਚਲੋ ਮੰਨ ਲਿਆ ਕਿ ਉਹ ਵਿਕ ਰਿਹਾ, ਉਹ ਵਿਕ ਕਿਵੇਂ ਰਿਹਾ? ਪੁਲਿਸ ਅਗਰ ਚਾਹੇ ਤਾਂ ਰੁਕ ਸਕਦਾ, ਪਰ ਪੁਲਿਸ ਦੇ ਨਾਲ ਉੱਥੋਂ ਦਾ ਲੋਕਲ ਹਲਕਾ ਇੰਚਾਰਜ, ਉਹਦੇ ਹਿੱਤ ਜੁੜੇ ਹੋਏ ਹੈ, ਲੋਕਲ ਲੀਡਰਸ਼ਿਪ ਜਿਹੜੀ ਦੋਨਾਂ ਟ੍ਰੈਡੀਸ਼ਨਲ ਪਾਰਟੀਆਂ ਦੀ ਉਹ ਜੁੜੀ ਹੋਈ ਹੈ। ਸੋ ਲੋਕ ਆਲੇ ਦੁਆਲੇ ਦੇਖ ਰਹੇ ਸੀ ਵੀ ਇਹ ਡਰਾਮਾ ਚੱਲ ਕੀ ਰਿਹਾ। ਸੋ ਜਦੋਂ ਉਹਨਾਂ ਨੂੰ ਲੱਗਿਆ ਵੀ ਆਹ ਜਿਹੜੇ ਨਵੇਂ ਬੰਦੇ ਆ ਇਹ ਉਹਦਾ ਹਿੱਸਾ ਨਹੀਂ ਹੈਗੇ ਉਸ ਤੰਤਰ ਦਾ, ਤਾਂ ਉਹਨਾਂ ਨੇ ਉਹਨੂੰ ਉਸ ਪਾਸੇ ਜਾਣ ਲਈ ਫੈਸਲਾ ਕਰ ਲਿਆ ਵੀ ਚਲੋ ਨਵਿਆਂ ਨੂੰ ਦੇਖਦੇ ਆ, ਸ਼ਾਇਦ ਤੋੜ ਦੇਣ ਆ ਕੇ ਇਸ ਨੂੰ। ਸਰ ਤੁਸੀਂ ਇਹ ਸਾਰੇ 'ਚ ਕੀ ਕਹਿਣਾ ਚਾਹੁੰਦੇ? ਨਹੀਂ, ਠੀਕ ਹੈ, ਕਾਫੀ ਗੱਲਾਂ ਸਾਰੀਆਂ ਠੀਕ ਹੋ ਰਹੀਆਂ ਗੱਲਾਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਹਿਲੀ ਗੱਲ ਤਾਂ ਮੈਂ ਤਾਂ ਉੱਥੋਂ ਹੀ ਸ਼ੁਰੂ ਕਰੂੰਗਾ ਵੀ ਸਾਡੇ ਜਿਹੜਾ ਕਮਿਊਨਲ ਸੈਂਸ ਵਿੱਚ ਅਸੀਂ ਗੱਲਾਂ ਬਾਹਰਲੇ ਹੋਰ ਦੇਸ਼ ਦੇ ਹਿੱਸਿਆਂ 'ਚ ਆ, ਉਹ ਪੰਜਾਬ 'ਚ ਉਸ ਕਿਸਮ ਦੀ ਹੈ ਨਹੀਂ। ਇਹ ਗੱਲ ਸਾਡੀ ਤਾਂ ਹਜੇ ਵੀ ਹੈਰਾਨੀ ਹੁੰਦੀ ਹੈ 47 ਵਾਲੀ ਗੱਲ ਦੀ, ਜਿਹਦੇ ਤੇ ਦੋਨੋਂ ਹਿੱਸੇ ਜਿਹੜੇ ਬਾਰਡਰ ਦੇ ਪਾਸੇ ਵਾਲੇ ਦੋਨੋਂ ਪੰਜਾਬ ਆ, ਦੋਨੋਂ ਪਛਤਾਈ ਜਾਂਦੇ ਆ। ਕਿਸੇ ਨੂੰ ਪੁੱਛ ਕੇ ਦੇਖ ਲਓ, ਇਹੋ ਜਿਹਾ ਕਿਤੇ ਹੋ ਗਿਆ। ਹੋਰ ਥਾਵਾਂ ਉੱਤੇ ਮੈਂ ਕਦੇ ਵੀ, ਦਿੱਲੀ ਮੈਂ 25 ਸਾਲ ਰਿਹਾ ਤੇ ਮੈਂ ਦਿੱਲੀ 'ਚ ਕਿਤੇ ਕੋਈ ਪਛਤਾਤਾਪ ਨਹੀਂ ਦੇਖਿਆ ਵੀ ਇੱਕ ਨੂੰ ਅਸੀਂ ਰਗੜੇ। ਉਹ ਸਾਰੀ ਉਮਰ ਦਾ ਉਹਨਾਂ ਦੇ ਕਿਸੇ ਲੈਵਲ ਦਾ ਪਛਤਾਤਾਪ ਕਦੇ ਕਿਸੇ ਸਾਈਡਾਂ ਤੇ ਜਿਹੜੇ ਇਨਵੋਲਵ ਹੁੰਦੇ ਆ ਕਮਿਊਨਲ ਲੈਵਲ ਤੇ, ਇਹ ਨਹੀਂ ਹੁੰਦਾ ਸਾਡੇ। ਇੱਕ ਸਾਡੇ ਪੰਜਾਬ ਦੇ ਵਿੱਚ ਕਰਾਊਡ ਮੈਂਟੈਲਿਟੀ ਹੈ ਨਹੀਂ ਵੀ ਭੀੜ ਬਣ ਕੇ ਤੇ ਪੈ ਜਾਓ ਸਾਰੇ ਇਕੱਠੇ ਹੋ ਕੇ। ਦੋ ਤਿੰਨ ਗੱਲਾਂ ਦਾ ਸਾਡੇ ਇਸ ਖਿੱਤੇ ਵਿੱਚ ਫਰਕ ਹੈਗਾ। ਇਸ ਕਰਕੇ ਸਾਨੂੰ ਉਹ ਜਿਹੜੇ ਮਾਪਦੰਡ, ਇਹੀ ਮਾਪਦੰਡ ਫੇਲ ਹੋਇਆ ਜਦੋਂ ਅਸੀਂ ਦਲਿਤ ਕੇਸ ਚਲਾਇਆ। ਇੱਥੇ ਦਲਿਤ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ, 31-32% ਚਲੋ ਦਲਿਤ ਪਾਪੂਲੇਸ਼ਨ ਹੈ, ਇਸ ਨੂੰ ਲੈ ਆਈਏ ਚੰਨੀ ਨੂੰ, ਚਰਨਜੀਤ ਚੰਨੀ ਨੂੰ ਹੁਣ ਕੈਂਡੀਡੇਟ ਖੜਾ ਕਰੀਏ। ਉਹ ਵੀ ਨਹੀਂ ਚੱਲਿਆ, ਜਿਹਦਾ ਚਾਣੇ ਨੇ ਕਾਫੀ ਐਕਸਪਲੇਨ ਕਰਤਾ, ਨਹੀਂ ਚੱਲਿਆ। ਇਹ ਸਾਰੇ ਕਾਰਨ ਸਾਡੀਆਂ ਕੈਲਕੂਲੇਸ਼ਨਾਂ ਬਿਲਕੁਲ ਡਿਫਰੈਂਟ ਆ। ਬਾਕੀ ਖੇਤਰੇ ਦੀ ਗੱਲ ਠੀਕ ਹੈ, ਲੋਕਾਂ ਨੂੰ ਦਿਸ ਰਿਹਾ ਸੀ ਚਿੱਟੇ ਵਾਲਾ ਸਾਰਾ ਕੁਝ ਵੀ ਇਹ ਸਾਂਝਾ ਹੀ ਕੰਮ ਹੈ, ਇਹ ਵਿਕੀ ਜਾਂਦਾ ਸਾਰਾ ਕੁਝ ਤੰਤਰ ਨੂੰ। ਉਹਨਾਂ ਦੇ ਹਰ ਥਾਵਾਂ ਉੱਤੇ ਅਕਾਲੀ ਦਲ ਨੇ ਵੀ ਉਹ ਬਣਾਏ ਹੋਏ ਸੀ, ਕਾਂਗਰਸ ਨੇ ਵੀ ਬਣਾਏ ਸੀ। ਉਹਨਾਂ ਦੇ ਜਿਹੜੇ ਹਲਕਾ ਇੰਚਾਰਜ ਆ ਜਾਂ ਆਪਦੇ ਬੰਦੇ ਆ, ਉਹਨਾਂ ਦੇ ਰਾਹੀਂ ਸਾਰਾ ਕੁਝ ਆਪਰੇਸ਼ਨ ਹੋ ਰਿਹਾ। ਸਾਰਿਆਂ ਨੂੰ ਪਤਾ ਵੀ ਆ ਫਲਾਨਾ ਬੰਦੇ ਨੂੰ ਜੇ ਬੰਦਾ ਛਡਾਉਣਾ, ਲਿਆਉਣਾ, ਕੁਛ ਕਰਨਾ, ਉਹ ਵੀ ਉਹਨਾਂ ਦੇ ਰਾਹੀਂ ਹੁੰਦਾ। ਇਸ ਕਿਸਮ ਦੇ ਤੰਤਰ ਨੂੰ ਤੋੜਨ ਲਈ ਵੀ ਲੋਕਾਂ ਦਾ ਗੁੱਸਾ ਸੀਗਾ ਜਿਹੜਾ ਦਿਖਾਇਆ ਉਹਨਾਂ ਨੇ ਇਸ ਕਿਸਮ ਦਾ। ਤੇ ਬਾਕੀ ਇੱਕ ਗੱਲ ਹੋਰ ਲਾਸਟ ਮੈਂ ਕਹਿਣਾ ਚਾਹੁੰਦਾ ਵੀ ਸਾਡਾ ਵੋਟਰ ਹੈ ਕਿ ਨਾ, ਜਿਹੜਾ ਸਾਡੀ ਔਰਤ ਵੀ ਹੁਣ ਪਰਿਵਾਰ ਦਾ, ਜਿਵੇਂ ਉਹਦਾ ਘਰ ਵਾਲਾ ਕਹੇ, ਬਹੁਤ ਘੱਟ ਹਾਲਤਾਂ ਵਿੱਚ ਉਹਦੇ ਪਿੱਛੇ ਵੋਟ ਪਾਉਂਦੀ ਹੈ। ਸਾਡੀ ਔਰਤ ਵੀ ਲਿਬਰੇਟਡ ਹੈ ਦੂਜੀਆਂ ਸਟੇਟਾਂ ਨਾਲੋਂ ਜ਼ਿਆਦਾ। ਉਹ ਪੁੱਛ ਕੇ ਤੁਹਾਡੀ ਗੱਲ 'ਚ ਐਡ ਹੀ ਕਰਨ ਲੱਗਿਆ ਕਿ ਇਸ ਵਾਰ ਪਹਿਲੀ ਵਾਰ ਹੈ ਕਿ ਪੰਜਾਬ ਦੇ ਵਿੱਚ 13 ਔਰਤਾਂ ਜਿੱਤ ਕੇ ਆਈਆਂ। ਹੁਣ ਤੱਕ ਜਿਹੜੀ ਗਿਣਤੀ 12 ਤੱਕ ਤਾਂ ਰਹੀ ਹੈ, ਵੈਸੇ ਤਾਂ ਡਬਲ ਡਿਜਿਟ 'ਚ ਪਹੁੰਚਦੀ ਨਹੀਂ ਰਹੀ, ਪਰ ਇਹ ਇਸ ਵਾਰ ਇੱਕ ਚੰਗਾ ਐਸਪੈਕਟ ਹੈ ਜਿਹੜਾ ਦੇਖਣ ਨੂੰ। ਮੈਂ ਨਹੀਂ ਔਰਤਾਂ ਦੀਆਂ ਵੋਟਾਂ ਦੀ ਗੱਲ ਕਰਦਾ, ਜਿਹੜਾ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਜਿਹੜੀ ਇਸ ਕਿਸਮ ਦੀ, ਔਰਤਾਂ ਬੜੇ ਜ਼ੋਰ ਸ਼ੋਰ ਨਾਲ ਆਪਣੇ ਲੈਵਲ ਤੇ ਵੋਟਾਂ ਪਾਉਣ ਤੇ, ਔਰਤਾਂ ਜਿਹੜੀਆਂ ਉਖੜਦੇ ਘਰ ਦੇ ਬਰਬਾਦ ਹੁੰਦੇ ਦੀਆਂ ਚਿੱਟੇ ਰਾਹੀਂ ਜਿਹੜੀ ਪੀੜ ਹੈ, ਉਹ ਬੰਦਿਆਂ ਨਾਲੋਂ ਵੱਧ ਚੱਲ ਰਹੀਆਂ। ਤੇ ਇਸ ਬੰਦੇ ਵੀ ਚੱਲ ਰਹੇ ਆ, ਪਰ ਉੱਥੇ ਉਹਨਾਂ ਦੇ ਡੇ ਟੂ ਡੇ ਹੁੰਦਾ ਸਾਰਾ ਕੁਝ। ਇਸ ਕਰਕੇ ਉਹਨਾਂ ਨੂੰ ਬਹੁਤ ਜ਼ੋਰ ਸ਼ੋਰ ਨਾਲ ਇਹਨਾਂ ਨੂੰ ਗੁੱਸੇ 'ਚ ਪਾ ਕੇ ਆਈਆਂ ਵੋਟਾਂ, ਆਮ ਆਦਮੀ ਪਾਰਟੀ ਨੂੰ, ਜਾਂ ਇਹਨਾਂ ਦੇ ਵਿਰੁੱਧ ਪਾ ਕੇ ਆਈਆਂ ਜਿਹਨਾਂ ਨੂੰ ਰੱਦ ਕੀਤਾ। ਤੋ ਐਤਕੀ ਸਾਡੇ ਕਈ ਗੱਲਾਂ, ਹਾਂਜੀ, ਵੱਖਰੇ ਲੈਵਲ ਦੀਆਂ ਗੱਲਾਂ ਹੋਈਆਂ। ਹਾਂਜੀ ਸਿੱਧ ਸਾਹਿਬ, ਇੱਕ ਇਹ ਵੀ ਹੈ ਕਿ ਦੇਖੋ ਮਾਲਵੇ ਦੇ ਵਿੱਚ ਆਮ ਤੌਰ ਤੇ ਇਹ ਗੱਲ ਬਹੁਤ ਸਥਾਪਿਤ ਸੀਗੀ ਕਿ ਡੇਰਾ ਸੱਚਾ ਸੌਦਾ ਉੱਥੇ ਬੜੇ ਸਮੀਕਰਨ ਬਦਲ ਦਿੰਦਾ, ਨਤੀਜੇ ਬਦਲ ਦਿੰਦਾ। ਪਰ ਇਸ ਵਾਰ ਉੱਥੇ ਡੇਰੇ ਦਾ, ਸੱਚੇ ਸੌਦੇ ਦਾ ਜਾਂ ਕਿਸੇ ਹੋਰ ਡੇਰੇ ਦਾ ਕਿਤੇ ਵੀ, ਜਿਸ ਤਰ੍ਹਾਂ ਚੰਨਾ ਜੀ ਨੇ ਕਿਹਾ, ਅਸਰ ਦੇਖਣ ਨਹੀਂ ਮਿਲਿਆ। ਤੇ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜਾ
ਡੇਰੇ ਸੱਚੇ ਸੌਦੇ ਦੇ ਜਿਹੜਾ ਰਿਸ਼ਤੇਦਾਰ ਵੀ ਸੀਗਾ ਉਹਦੀ ਆਪਣੀ ਜ਼ਮਾਨਤ ਜ਼ਬਤ ਹੋ ਗਈ ਆਪਣੀ ਉਤੋਂ ਜ਼ਮਾਨਤ। ਤਲਵੰਡੀ ਸਾਬੋ ਤੋਂ। ਤੇ ਸੋ ਇਸ ਕਰਕੇ ਇੱਕ ਪੱਖ ਇਹ ਵੀ ਤਾਂ ਹੈ ਕਿ ਵੀ ਲੋਕਾਂ ਨੇ ਡੇਰਿਆਂ ਨੂੰ ਵੀ ਰੱਦ ਕੀਤਾ। ਜਿਵੇਂ ਸਾਡੇ ਆਪ ਦੇ ਮਾਪਦੰਡ ਸਾਰੇ ਪੈਰਾਮੀਟਰ ਸਾਰੇ ਪੁਰਾਣੇ ਸੀ, ਸਾਡੇ ਵੀ ਫੇਲ ਹੋਏ ਆ। ਅਸੀਂ ਜਿਵੇਂ ਚਾਣਾ ਨੇ ਕਿਹਾ ਪਹਿਲਾਂ ਅਸੀਂ ਐਡਮਿਟ ਕਰੀਏ, ਉਹ ਵੀ ਜਿਹੜੀ ਪੋਲੀਟੀਕਲ ਕਲਾਸ ਹੈ ਉੱਪਰੋਂ ਫੈਸਲਾ ਕਰਦੀ ਹੈ ਵੀ ਇਸ ਨੂੰ ਹੁਣ ਛੱਡ ਕੇ ਡੇਰੇ ਵਾਲਿਆਂ ਤੋਂ ਅਸੀਂ ਵੋਟਾਂ ਪਵਾ ਲਾਂਗੇ। ਉੱਥੇ ਵੀ ਜਦੋਂ ਕਿਤੇ ਮਾਰਜਨ ਇਸ ਕਿਸਮ ਦੀ ਅੰਦਰੋਂ ਅੰਦਰੀ ਲਹਿਰ ਨਹੀਂ ਹੁੰਦੀ ਤਾਂ ਫਿਰ 1-ਅੱਧੇ% ਦਾ ਫਰਕ ਪਾ ਸਕਦੀ ਹੈ ਇਹੋ ਜਿਹੀ ਵੋਟ, ਜਦੋਂ ਮਾਰਜਨ ਤੇ ਜਿੱਤ ਹਾਰ ਹੁੰਦੀ ਹੈ ਜਿਹੜੀ ਪਹਿਲਾਂ ਹੁੰਦੀ ਰਹੀ ਆ। ਤੇ ਇਹ ਹੁਣ ਐਤਕੀ ਉਹ ਡੇਰੇ ਦਾ ਕੀ ਫਰਕ ਪੈਣਾ ਸੀ? ਡੇਰਾ ਵੱਧ ਤੋਂ ਵੱਧ 1 ਜਾਂ 1.5% ਦਾ ਫਰਕ ਪਾ ਸਕਦਾ ਸੀ। ਉਂਝ ਵੀ ਡੇਰੇ ਦੇ 2 ਹਿੱਸੇ ਹੋ ਗਏ ਆ, ਇਹ ਪਤਾ ਲੱਗ ਗਿਆ ਸਾਰੀ ਗੱਲ ਦਾ। ਤੇ ਕਿਉਂਕਿ ਡੇਰੇ ਵਾਲਾ ਜੋ ਡੇਰੇਦਾਰ ਅੰਦਰ ਜੇਲ੍ਹ 'ਚ ਬੈਠਾ ਹੋਵੇ ਫਿਰ ਉਸ ਦੀਆਂ ਉਹ ਗੱਲਾਂ ਬਾਹਰ ਨਹੀਂ, ਉਸ ਕਿਸਮ ਦੀ ਹੈ ਨਹੀਂ। ਉਹ ਵੇਟੇਜ ਪਹਿਲੇ ਵਾਲਾ ਉਹਦਾ ਨਹੀਂ ਰਿਹਾ, ਇਹ ਵੀ ਗੱਲ ਹੈ, ਭਾਵੇਂ ਉਹ ਪਿਛਲੀ ਪੁਰਾਣੀ ਪਪੂਲੈਰਿਟੀ ਤੇ ਚੱਲ ਰਿਹਾ। ਜਸਪਾਲ ਇੱਕ ਤੁਸੀਂ ਇਹਦੇ 'ਚ ਇਹ ਵੀ ਗੱਲ ਨਾਲ ਲੈ ਲਿਓ, ਤੁਸੀਂ ਜਿਹੜੀ ਆਪਣੀ ਗੱਲ ਕਰਨੀ ਹੈ ਕਿ ਦੀਪ ਸਿੱਧੂ ਦਾ ਬਹੁਤ ਸੀਗਾ ਚਰਚਾ ਚੋਣਾਂ ਤੋਂ ਪਹਿਲਾਂ ਕਿ ਉਹਨਾਂ ਨੇ ਜਿਹੜਾ ਬਹੁਤ ਅਸਰ ਪਾਇਆ ਹੈਗਾ ਮਾਲਵੇ 'ਚ, ਤਾਂ ਉਹ ਵੀ ਕਿਤੇ ਦੇਖਣ ਨੂੰ ਨਜ਼ਰ ਨਹੀਂ ਆਇਆ। ਇਸ ਗੱਲ ਨੂੰ ਆਪਣੀ ਤੁਸੀਂ ਗੱਲ 'ਚ ਨਾਲ ਲੈ ਲਿਓ। ਮੈਂ ਇਸ ਨੂੰ ਹੁਣ ਇੱਕ ਗੱਲ ਹੀ ਕਰਨਾ ਚਾਹੁੰਦਾ, ਇਹਦੇ 'ਚ ਚਾਣਾ ਨੇ ਬੋਲਣਾ। ਮੈਂ ਇੰਨਾ ਕਹਿਣਾ ਚਾਹੁੰਦਾ ਵੀ 24,000 ਅਮਰਗੜ੍ਹ 'ਚ ਜਿੱਥੇ ਉਹਨੂੰ 38,000 ਵੋਟ ਪਈ ਹੈ ਸਿਮਰਜੀਤ ਮਾਨ ਨੂੰ, 24,000 ਵੋਟ ਤਾਂ ਉੱਥੇ ਮੁਸਲਿਮ ਵੋਟ ਹੈ ਜਿਹੜੀ ਬਹੁਤੀ ਮੋਸਟਲੀ ਇੱਧਰ ਗਈ ਹੈ। ਕੋਈ ਲੰਬਾ ਚੌੜਾ ਫਰਕ ਨਹੀਂ ਪਿਆ। ਇਸ ਕਰਕੇ ਉਹ 5-7,000 ਵੋਟ ਲੈਂਦਾ ਸੀ, ਇਸ ਵਾਰੀ ਉਹਦੇ 8-8, 10-10,000 2-4 ਬੰਦਿਆਂ ਨੂੰ ਮਿਲੀ ਹੈ, ਉਹਨੂੰ ਵੀ ਇੰਨੀ ਕੁ ਮਿਲ ਗਈ। ਕੋਈ ਉੱਥੇ 1-2 ਉਸ ਕੰਸਟੀਚੁਐਂਸੀ 'ਚ ਨਹੀਂ ਫਰਕ ਪਿਆ ਦੀਪ ਸਿੱਧੂ ਦਾ। ਉਹ ਇੱਕ ਹੋਰ ਕਿਸਮ ਦਾ ਹੀ ਲਾਟ ਹੈ ਜਿਹੜਾ ਵੋਟਾਂ 'ਚ ਕਨਵਰਟ ਕਦੇ ਟ੍ਰਾਂਸਫਰ ਨਹੀਂ ਹੋ ਸਕਿਆ। ਹਾਂਜੀ ਹਾਂ ਚਾਣਾ ਜੀ ਤੁਸੀਂ ਕਹਿ ਮੈਂ ਇੱਕ ਛੋਟੀ ਜਿਹੀ ਸੋਧ ਇਹੀ ਕਰਨੀ ਆ ਕਿ ਇਹ ਨਹੀਂ ਹੈ ਕਿ ਵੀ ਲੋਕਾਂ ਨੇ ਡੇਰਿਆਂ ਨੂੰ ਰੱਦ ਕਰ ਦਿੱਤਾ। ਉਹਨਾਂ ਨੇ ਡੇਰਿਆਂ ਦੇ ਰਾਜਨੀਤੀਕਰਨ ਨੂੰ ਜਿਹੜਾ ਨਾ ਡੇਰਿਆਂ ਦੀ ਰਾਜਸੀ ਪ੍ਰਭਾਵ ਦੀ ਗੱਲ ਕੀਤੀ ਹੈ। ਉਹ ਆਪਣੇ ਵੱਲੋਂ ਧਾਰਮਿਕ ਦ੍ਰਿਸ਼ਟੀਕੋਣ ਤੋਂ ਤਾਂ ਉੱਥੇ ਜਾਂਦੇ ਹੀ ਰਹਿਣਗੇ, ਹੋ ਸਕਦਾ ਕਿ ਵਧਣ ਵੀ, ਹਨਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ, ਕਿਉਂਕਿ ਜਿਸ ਤਰ੍ਹਾਂ ਦੀਆਂ ਕੰਪਲੀਕੇਸ਼ਨ ਸੁਸਾਇਟੀ ਦੀਆਂ ਉਹਦਾ ਅਸਰ ਤਾਂ ਰਹੇਗਾ। ਲੇਕਿਨ ਉਹਨਾਂ ਨੇ ਇਹ ਪ੍ਰਵਾਨ ਨਹੀਂ ਕੀਤਾ ਜਾਂ ਕਰਨਾ ਛੱਡ ਦਿੱਤਾ ਆ ਕਿ ਡੇਰਿਆਂ ਦਾ ਧਾਰਮਿਕ ਤੋਂ ਰਾਜਨੀਤੀਕਰਨ ਕਰ ਦਿੱਤਾ ਜਾਵੇ। ਇਹ ਨਹੀਂ ਨਜ਼ਰ ਆ ਰਿਹਾ ਇਹਨਾਂ ਜਿਹੜੀਆਂ ਚੋਣਾਂ ਦੇ ਵਿੱਚ। ਦੂਜੀ ਗੱਲ ਰਹੀ ਜਿਹੜਾ ਤੁਸੀਂ ਗੱਲ ਉਠਾਈ ਆ ਦੀਪ ਸਿੱਧੂ ਵਾਲੇ ਦੇ ਟ੍ਰੈਂਡ ਦੀ, ਉਹਦੇ 'ਚ ਇਹ ਆ ਕਿ ਜਿਹੜਾ ਮੈਂ ਪਹਿਲਾਂ ਗੱਲ ਕੀਤੀ ਸੀ ਨਾ ਕਿ ਇਹ ਇੱਕ ਜਿਹੜਾ ਸਿੱਖ ਰਾਜਨੀਤੀ ਹੈਗੀ ਆ, ਇਹਦਾ ਬਿਲਕੁਲ ਨਹੀਂ ਕਿ ਵੀ ਸਿੱਖ ਰਾਜਨੀਤੀ ਦੇ ਉੱਤੇ ਕੋਈ ਜਾਂ ਇਹਦੇ ਤੇ ਉਹ ਕੋਈ ਨੈਗੇਟਿਵ, ਉਹ ਲੀਡਰਸ਼ਿਪ ਜਿਹੜੀ ਇਮਰਜ ਹੋਣ ਵਾਲੀ ਆ ਨਾ, ਜਿਹਨੇ ਇੱਕ ਲੀਡਰਸ਼ਿਪ, ਜਿਹਨੂੰ ਮੈਂ ਕਿਹਾ ਕਿ ਉਹ ਲੀਡਰਸ਼ਿਪ ਰੱਦ ਕਰ ਦਿੱਤੀ ਆ, ਪਰ ਉਹ ਨਵੇਂ ਜਿਹੜੇ ਵੋਟਰ, ਚਾਹੇ ਉਹਨਾਂ ਦੀ ਕੰਸਟੀਚੁਐਂਸੀ ਜਾਂ ਉਹ ਤੋਂ ਬਾਹਰ ਵੀ ਕੰਸਟੀਚੁਐਂਸੀ ਜਿਹੜੀ ਰਹੀ ਆ, ਇੱਕ ਨਵੇਂ ਕਿਸਮ ਦੀ ਲੀਡਰਸ਼ਿਪ ਦੇ ਇਮਰਜ ਹੋਣ ਦੇ ਸੰਕੇਤ ਜਿਹੜੇ ਨਾ ਉਹਦੇ ਵਿੱਚ ਇਹਨੂੰ ਅਸੀਂ ਦੇਖ ਸਕਦੇ ਹਾਂ। ਔਰ ਉਹ ਕਿਸ ਤਰ੍ਹਾਂ ਦੇ ਕਿਸ ਪਾਸੇ ਨੂੰ ਜਾਏਗਾ, ਇਹ ਮਤਲਬ ਅਲੱਗ ਵੱਖਰੀ ਗੱਲ ਹੈਗੀ ਆ। ਕਿਉਂਕਿ ਜਿਹੜੇ ਲੀਡਰ ਟ੍ਰੈਡੀਸ਼ਨਲੀ ਜਿਹੜੇ ਅਗਵਾਈ ਕਰਦੇ ਰਹੇ ਆ, ਉਹ ਇੱਕਦਮ ਲੋਕਾਂ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਕੀਤਾ। ਦੂਜੇ ਪਾਸੇ ਭਾਵੇਂ ਉਹਨਾਂ ਦੇ ਮਗਰ ਲੱਗੇ ਜਿਹੜੇ ਲੋਕ ਸੀਗੇ, ਜਿਹੜੇ ਉਹਨਾਂ ਤੋਂ ਨਾਲ ਜੁੜੇ ਹੋਏ ਰਹੇ ਸੀ, ਜਿਹੜੀ ਪਰਸੈਂਟੇਜ ਦੀ ਅਸੀਂ ਜ਼ਿਕਰ ਕਰਦੇ ਹਾਂ, ਉਹ ਸਾਰਾ ਮਿਲ ਮਿਲਾ ਕੇ ਉਹ ਸੈਕਸ਼ਨ ਜਿਹੜਾ ਨਾ ਨਵੀਂ ਪੋਲੀਟੀਕਲ ਲੀਡਰਸ਼ਿਪ ਇਮਰਜ ਹੋਣ ਦੇ ਜਿਹੜੇ ਨਾ ਉਹ ਚਾਂਸ ਨਜ਼ਰ ਆ ਰਹੇ ਆ। ਸੋ ਇਸੇ ਤਰ੍ਹਾਂ ਜਿਹੜਾ ਦੂਜੇ ਪਾਸੇ ਵੀ ਜਾਏਗਾ, ਹਨਾ। ਇਸੇ ਤਰ੍ਹਾਂ ਕਾਂਗਰਸ ਦੀ ਜਿਹੜੀ ਹੈ ਲੀਡਰਸ਼ਿਪ, ਉਹ ਕੀ ਉਹ ਕਾਂਗਰਸ ਦੀ ਲੀਡਰਸ਼ਿਪ, ਔਰ ਉਹ ਇਸ ਕਰਕੇ ਮੈਂ ਕਹਿੰਦਾ ਕਿ ਬਿਲਕੁਲ ਨਵੇਂ ਕਿਸਮ ਦਾ ਇੱਕ ਮਾਹੌਲ ਕ੍ਰੀਏਟ ਹੋਇਆ ਇਹਨਾਂ ਚੋਣਾਂ ਦੇ ਨਾਲ। ਇੱਕ ਇਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਨਵੀਂ ਫੋਰਸ ਇੱਕਦਮ, ਕੋਈ ਬਹੁਤ ਲੰਬੀ ਚੌੜੀ ਉਹਦੀ ਹਿਸਟਰੀ ਨਹੀਂ ਹੈਗੀ ਆਮ ਆਦਮੀ ਪਾਰਟੀ ਦੀ, ਔਰ ਲੋਕਾਂ ਨੂੰ ਇਹ ਵੀ ਕਰਨਾ ਆ ਗਿਆ ਕਿ ਅਗਰ ਪਹਿਲਾਂ ਜੇ 'ਚ ਉਹ ਨਹੀਂ ਨਿਕਲ ਰਹੇ ਸੀ, ਜਿਹੜਾ ਇੱਕ ਅਕਾਲੀ ਦਲ ਹਟਾਇਆ ਤੇ ਕਾਂਗਰਸ ਲਿਆਂਦੀ, ਕਾਂਗਰਸ ਹਟਾਈ ਤੇ ਅਕਾਲੀ ਦਲ ਆ ਰਹੀ, ਜਿਹੜੇ ਇਸ ਸਰਕਲ ਦੇ ਵਿੱਚੋਂ ਨਹੀਂ ਨਿਕਲ ਰਹੇ ਸੀਗੇ,
ਉਹਨਾਂ ਨੂੰ ਇਹ ਗੱਲ ਬਿਲਕੁਲ ਹੀ ਸਮਝ ਆ ਗਈ ਆ ਕਿ ਨਵੀਂ ਪੋਲੀਟੀਕਲ ਫੋਰਸ ਅਮਰਜ ਹੋ ਜਾਂਦੀ ਹੁੰਦੀ ਆ, ਔਰ ਜੇ ਇਹ ਵੀ ਨਹੀਂ ਠੀਕ ਆਣਗੇ ਜਾਂ ਉਹਨਾਂ ਦੀਆਂ ਆਸਾਂ ਤੇ ਪੂਰੀ ਨਹੀਂ ਉਤਰਨਗੇ, ਤਾਂ ਉਹ ਆਈਡੀਆ ਇਨਕਲਕੇਟ ਕਰ ਗਿਆ ਉਹਨਾਂ ਦੇ ਅੰਦਰ ਕਿ ਨਵੀਂ ਪੋਲੀਟੀਕਲ ਫੋਰਸ ਹੈ ਜਿਹੜੀ ਉਹ ਹੋਂਦ ਵਿੱਚ ਆ ਜਾਂਦੀ ਹੁੰਦੀ ਆ, ਔਰ ਉਹ ਸਵੀਕਾਰ ਕਰ ਲੈਣ ਦੇ ਯੋਗ ਵੀ ਹੋ ਸਕਦੀ ਆ ਨਾ, ਔਰ ਜਾਂ ਰੱਦ ਕਰਨ ਦੇ ਯੋਗ ਵੀ ਹੋ ਸਕਦੀ। ਸੋ ਮੈਂ ਇਹ ਗੱਲ ਹੁਣ ਪੰਜਾਬ ਇੱਕ ਮਿੰਟ ਜੰਡੂ, ਹੁਣ ਪੰਜਾਬ ਝੋਨਾ ਤੇ ਕਣਕ ਉਗਾਉਣ ਦੇ ਸਾਈਕਲ ਚੋਂ ਨਿਕਲ ਰਿਹਾ ਬਾਹਰ, ਹੈ ਜੀ। ਇਹ ਸਾਈਕਲ ਐਗਜ਼ੈਕਟਲੀ ਨਹੀਂ, ਉਹ ਤੁਹਾਡੀ ਗੱਲ ਸਹੀ ਹੈ, ਉਹ ਚੋਂ ਨਿਕਲ ਰਿਹਾ। ਸਿੱਧੂ ਸਾਹਿਬ ਕਹਿ ਰਹੇ ਕਿ ਝੋਨਾ ਤੇ ਕਣਕ ਦੇ ਬਾਹਰ ਸਰਕਲ ਚੋਂ ਬਾਹਰ ਨਿਕਲ ਰਿਹਾ। ਉਗਾਉਣਾ ਕੀ ਹੈ ਇਹ ਨਹੀਂ ਪਤਾ ਹਲੇ, ਉਹਦੇ ਸਾਈਕਲ ਚੋਂ ਬਾਹਰ ਨਿਕਲ ਰਿਹਾ, ਪਰ ਉਗਾਉਣਾ ਕੀ ਹੈ ਇਹ ਨਹੀਂ ਪਤਾ। ਇਹ ਨਹੀਂ ਪਤਾ ਉਗਾਉਣਾ ਕੀ ਹੈ ਕਿ ਉਹਨਾਂ ਨੇ ਕਿਹਾ ਵੀ ਝੋਨੇ ਨੂੰ ਵੀ ਛੱਡੋ, ਕਣਕ ਨੂੰ ਵੀ ਛੱਡੋ, ਆਪਾਂ ਨਵਾਂ ਕੁਝ ਟਰਾਈ ਕਰਦੇ, ਕਰਨਾ ਕੀ ਹੈ ਇਹ ਨਹੀਂ ਪਤਾ ਹਲੇ। ਚਲੋ ਇੱਥੇ ਹੀ ਆਪਾਂ ਆਖਰੀ ਸਾਰਿਆਂ ਦੀ ਟਿੱਪਣੀ ਇਹਦੇ ਤੇ ਲੈ ਕੇ ਆਪਾਂ ਸ਼ੋਅ ਸਮਾਪਤ ਕਰਾਂਗੇ। ਜਿਹੜਾ ਤੁਸੀਂ ਗੱਲ ਕੀਤੀ ਹੈ ਨਵਾਂ ਉਗਾਉਣ ਦੀ, ਜਿਹੜਾ ਨਵਾਂ ਉਗਾ ਲਿਆ ਉਹਦੇ ਤੋਂ ਕਿੰਨੀਆਂ ਕੁ ਆਸਾਂ ਪੂਰੀਆਂ ਹੋਣ ਦੀ? ਹਾਂਜੀ, ਇੱਕ ਗੱਲ ਹੋਰ ਐਡ ਕਰ ਰਹੀ ਹੈ ਜੀ ਜੀ। ਅਸੀਂ ਆਪਣਾ ਪਿਛਲਾ ਦੇਖੀਏ ਨਾ ਇਤਿਹਾਸ, ਜਦੋਂ ਸਿਰ ਤੋਂ ਦੀ ਪਾਣੀ ਲੰਘ ਜਾਂਦਾ ਨਾ, ਉਦੋਂ ਇਸ ਦੇਸ਼ ਦੇ ਲੋਕਾਂ ਨੇ ਉਸ ਮੌਕੇ ਦਾ ਠੀਕ ਫੈਸਲਾ ਕੀਤਾ, ਥੋੜੇ ਜਿਹਾ ਇੱਕ ਦੋ ਨੂੰ ਛੱਡ ਕੇ, ਹਨਾ। ਔਰ ਜਦੋਂ ਇਹ ਲੋਕ ਮਤਲਬ ਆਪਾਂ ਪਿਛਲੀ ਹਿਸਟਰੀ ਵੀ ਦੇਖ ਲਈ ਨਾ, ਜਦੋਂ ਐਮਰਜੈਂਸੀ ਤੋਂ ਬਾਅਦ ਵੀ ਜੋ ਕੀਤਾ ਲੋਕਾਂ ਨੇ, ਨੈਸ਼ਨਲ ਲੈਵਲ ਤੇ ਲੋਕਾਂ ਨੇ ਜਦੋਂ ਕੀਤਾ ਸੀ, ਨੈਸ਼ਨਲ ਲੈਵਲ ਤੇ ਵੀ ਕੀਤਾ ਕਿ ਡੈਮੋਕ੍ਰੇਸੀ ਹੀ ਖਤਰੇ ਵਿੱਚ ਹੈਗਾ, ਪਹਿਲੇ ਨੰਬਰ ਤੇ ਤਾਂ ਇਸ ਨੂੰ ਬਚਾਇਆ ਜਾਵੇ। ਮੇਰਾ ਖਿਆਲ ਹੈ ਕਿ ਇੱਕ ਫਿਰੋਜ਼ਪੁਰ, ਇਹ ਤੋਂ ਸਾਰਾ ਜਿਹੜਾ ਨਾ ਉੱਤਰੀ ਭਾਰਤ ਲੰਘ ਕੇ ਤਾਂ ਬੰਗਾਲ ਦੇ ਵਿੱਚ ਇੱਕ ਸੀਟ ਜਿੱਤੀ ਸੀ, ਬਾਕੀ ਸਾਰੇ ਕਾਂਗਰਸ ਦਾ ਸਫਾਇਆ ਕਰਤਾ ਸੀ ਲੋਕਾਂ ਨੇ। ਔਰ ਲੋਕ ਜਦੋਂ ਫੈਸਲਾ ਕਰਦੇ ਆ ਉਦੋਂ ਹਰ ਵਾਰੀ ਮਤਲਬ ਇਹ ਜਦੋਂ ਉਹਨਾਂ ਨੂੰ ਪਤਾ ਕਿ ਵੀ ਹੁਣ ਸਿਰ ਤੋਂ ਦੀ ਲੰਘ ਚੱਲੀ ਆ ਗੱਲ, ਫਿਰ ਉਹ ਫੈਸਲਾ ਕਰਦੇ ਆ। ਅਸੀਂ ਉਹਨੂੰ ਇਹ ਵੀ ਨਹੀਂ ਕਹਿ ਸਕਦੇ ਕਿ ਫੈਸਲਾ ਗਲਤ ਹੋ ਗਿਆ, ਹਨਾ। ਨਹੀਂ, ਫੈਸਲਾ ਉਸ ਸਮੇਂ ਦੇ ਕੰਟੈਕਸਟ ਦੇ ਉਸ ਸਮੇਂ ਦੇ ਕੰਟੈਕਸਟ ਦੇ ਵਿੱਚ ਉਸ ਸਮੇਂ ਦੇ ਕੰਟੈਕਸਟ ਦੇ ਵਿੱਚ ਠੀਕ ਫੈਸਲਾ ਸਹੀ ਹੈ। ਨਹੀਂ ਚਿਤਰਾ ਜੀ, ਤੁਹਾਨੂੰ ਕੀ ਲੱਗਦਾ ਜਿਹੜੀ ਨਵੀਂ ਹੁਣ ਇੱਕ ਫੋਰਸ, ਜਿਸ ਤਰ੍ਹਾਂ ਇੱਕ ਨਵਾਂ ਹੀ ਪੰਜਾਬ ਦੇ ਅੰਦਰ ਸਿਆਸੀ ਦੌਰ ਸ਼ੁਰੂ ਹੋਇਆ, ਨਵਾਂ ਹੀ ਕਲਚਰ ਸ਼ੁਰੂ ਹੋਏਗਾ, ਨਵੀਂ ਪਾਰਟੀ ਆਈ ਆ, ਉਹਦੇ ਚ ਨਵੇਂ ਲੋਕ ਜਿੱਤ ਕੇ ਆਏ ਆ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਪੰਜਾਬ ਦੀਆਂ ਇੰਨੀਆਂ ਗੁੰਝਲਦਾਰ ਸਮੱਸਿਆਵਾਂ ਹੈਗੀਆਂ, ਜਿਸ ਤਰ੍ਹਾਂ ਹੁਣ BBMB ਦੀ ਸਮੱਸਿਆ ਖੜੀ ਹੈ ਸਿਰ ਤੇ, ਹੋਰ ਇਸ ਤਰ੍ਹਾਂ ਦੀਆਂ ਪਹਿਲੀਆਂ ਪਈਆਂ ਹੈਗੀਆਂ ਜਿਹੜਾ ਪਿੱਛੇ ਹੈਗਾ, ਤਾਂ ਉਹਦੇ ਵਿੱਚੋਂ ਉਹਨਾਂ ਚੁਣੌਤੀਆਂ ਚ ਲੰਘ ਜਾਏਗੀ ਸੌਖਿਆਂ ਇਹ ਪਾਰਟੀ? ਦੇਖੋ ਜੀ, ਮੈਂ ਪਹਿਲਾਂ ਹੀ ਗੱਲ ਜਿਹੜੀ ਸ਼ੁਰੂ ਕੀਤੀ ਸੀ, ਦੁਬਾਰਾ ਫੇਰ ਰਿਪੀਟ ਕੀਤੀ ਸੀ ਹੁਣੇ, ਵੀ ਕਰਨਾ ਕੀ ਹੈ ਇਹਦਾ ਲੋਕਾਂ ਨੇ ਨਹੀਂ ਸੋਚਿਆ, ਠੀਕ ਹੈ ਨਾ ਜੀ। ਜਿਹੜੀ ਇਹ ਡਿਸਪੈਂਸ਼ਨ ਸਾਹਮਣੇ ਆਈ ਹੈ, ਡਿਸਪੈਂਸੇਸ਼ਨ ਪੋਲੀਟੀਕਲ, ਜਿਹੜੀ ਆਮ ਆਦਮੀ ਪਾਰਟੀ, ਇਹਦੇ ਚ ਇਨਹੈਰੈਂਟ ਕੰਟਰਾਡਿਕਸ਼ਨ ਬਹੁਤ ਵੱਡੀ ਪਈ ਹੋਈ ਹੈ। ਉਹ ਇਹ ਹੈ, ਕੱਲ ਦੀ ਇੱਕ ਪਿਕਚਰ ਹੈ, ਮੈਨੂੰ ਬਾਰ-ਬਾਰ ਪਰੇਸ਼ਾਨ ਵੀ ਕਰ ਰਹੀ ਹੈ, ਹਾਸਾ ਵੀ ਆ ਰਿਹਾ, ਕਿ ਭਗਵੰਤ ਮਾਨ ਹੋਣੀ ਦਿੱਲੀ ਗਏ ਆਪਣੇ ਮਿਲਣ ਕੇਜਰੀਵਾਲ ਸਾਹਿਬ ਨੂੰ, ਤੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਡੰਡੌਤ ਕੀਤੀ ਹੈ ਕੇਜਰੀਵਾਲ ਹੋਣਾ ਦੇ, ਔਰ ਉਹਦੀਆਂ ਪਿਕਚਰ ਫਿਰ ਰਿਲੀਜ਼ ਹੋ ਗਈਆਂ, ਵੀਡੀਓ ਰਿਲੀਜ਼ ਹੋ ਗਈਆਂ। ਉਹ ਇਨਹੈਰੈਂਟ ਜਿਹੜੀ ਕੰਟਰਾਡਿਕਸ਼ਨ ਪਈ ਹੋਈ ਹੈ ਨਾ, ਉਹ ਇਹ ਹੈ ਕਿ ਜਿਹੜੇ ਜਿੱਤ ਕੇ ਆਏ ਆ ਜਾਂ ਲੋਕਾਂ ਨੇ ਜਿਤਾਏ ਆ, ਉਹ ਕੁਝ ਹੋਰ ਸੋਚ ਕੇ ਜਿਤਾਏ ਆ, ਠੀਕ ਹੈ ਨਾ ਜੀ। ਜਿਹੜੇ ਜਿੱਤੇ ਆ ਜਾਂ ਜਿਨ੍ਹਾਂ ਨੇ ਕੰਟਰੋਲ ਕਰਨਾ ਸਾਰਾ ਕੁਝ, ਉਹ ਕੁਝ ਹੋਰ ਸੋਚ ਕੇ ਸਾਰਾ ਕੁਝ ਕਰ ਰਿਹਾ। ਇਹ ਜਿਹੜੀ ਇਨਹੈਰੈਂਟ ਕੰਟਰਾਡਿਕਸ਼ਨ ਹੈ, ਇਹ ਬੜੀ ਜਲਦੀ ਹੀ ਸਾਹਮਣੇ ਆਊਗੀ। ਪਰ ਮੈਂ ਫੇਰ ਕਹਿਣਾ ਕਿ ਮੈਂ ਚਾਹੁੰਦਾ ਮੈਂ ਗਲਤ ਸਾਬਤ ਹੋਵਾਂ ਇਸ ਮਾਮਲੇ 'ਚ, ਲੋਕਾਂ ਦਾ ਫਾਇਦਾ ਉਹਦੇ 'ਚ ਹੈ। ਜੀ ਜੀ, ਇਸੇ ਸਾਹਿਬ ਤੁਸੀਂ ਇਹਦੇ ਬਾਰੇ ਕੁਝ ਕਹਿਣਾ? ਦੇਖੋ, ਕਾਫੀ ਹੱਦ ਤੱਕ ਠੀਕ ਹੈ, ਜਿਹੜੀ ਉਹ ਫੋਟੋ ਸਰਕੂਲੇਟ ਹੋ ਰਹੀ ਹੈ ਉਹਦੇ ਤੋਂ ਲੋਕ ਪਰਟਰਬ ਤਾਂ ਹੈਗੇ ਆ ਸਾਰੀ ਗੱਲ ਤੋਂ, ਕਿਉਂਕਿ ਐਕਸਪੈਕਟ ਨਹੀਂ ਕੀਤਾ ਜਾ ਸਕਦਾ ਏਡੀ ਵੱਡੀ ਜਿੱਤ ਤੋਂ ਬਾਅਦ ਤੇ ਇਸ ਕਿਸਮ ਦੀ ਡੰਡੌਤ ਨੂੰ ਤਾਂ ਕੋਈ ਐਕਸੈਪਟ ਕਰਦਾ ਨਹੀਂ ਗਾ। ਮੈਜੋਰਿਟੀ ਸਿੱਖ ਨਹੀਂ ਕਰ ਰਿਹਾ ਪੰਜਾਬ 'ਚੋਂ, ਪੰਜਾਬ ਦਾ ਪੰਜਾਬੀ ਵੀ ਨਹੀਂ ਕਰ ਰਿਹਾ। ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਲੋਕਾਂ ਨੇ ਕਿੰਤੂ ਪਰੰਤੂ ਕੀਤਾ ਇਹ ਸਾਰੀ ਗੱਲ ਤੇ ਫੇਰ ਵੀ ਹਜੇ ਇਸ ਨੂੰ ਹਜੇ ਇੱਕ ਚਾਂਸ ਦੇ ਰਹੇ। ਛੱਡੋ ਜੀ, ਇਹ ਹੋ ਜਾਂਦਾ ਹੈ ਤਾਂ ਚਲੋ ਵੱਡੇ ਦਾ ਸਤਿਕਾਰ ਹੈ, ਫਲਾਨਾ ਧਮਕਾ, ਇਹ ਰੈਸ਼ਨੇਲ ਵੀ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਹ ਇੱਕ ਤਰ੍ਹਾਂ ਦੀ ਚੁਭੀ ਆ ਲੋਕਾਂ ਨੂੰ। ਦੂਸਰੀ ਗੱਲ, ਇਹ ਇੱਕੋ ਲਾਸਟ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਕੀ ਕਰੇਗਾ ਕੀ ਨਹੀਂ ਕਰੇਗਾ, ਇਹ ਹਜੇ ਦੇਖਿਆ ਜਾਏਗਾ।
ਤੇ ਜੇ ਨਾ ਕਰੇਗਾ ਤਾਂ ਫੋਰਸਸ ਬਹੁਤ ਪੰਜਾਬ ਦੀਆਂ ਫਰਟਾਈਲ ਜ਼ਮੀਨ ਖੜੀ ਹੈ ਹਜੇ ਸਾਰਾ ਕੁਝ ਉਹਦੇ ਚ ਹੋਰ ਵੀ ਆਏਗਾ ਉੱਗਣ ਨੂੰ। ਇਹੋ ਜਿਹੀ ਕੋਈ ਗੱਲ ਨਹੀਂ ਹੈ, ਸਮੱਸਿਆ ਨਹੀਂ ਹੈ ਇੱਥੇ ਸਾਰੀ। ਇਸ ਕਰਕੇ ਇਹ ਹੁਣ ਜੇ ਝੋਨੇ ਕਣਕ ਦੀ ਖੇਤੀ ਖਤਮ ਕਰਨ ਦੇ ਮੂਡ ਚ ਆ ਗਏ ਤਾਂ ਹੋਰ ਵੀ ਕੁਝ ਉਗਾਉਣਗੇ, ਕੋਈ ਗੱਲ ਨਹੀਂ। ਹਾਂ ਸ਼ੇਰ ਤਾਂ ਜਾਗ ਪਿਆ, ਹੁਣ ਸਵਾਰੀ ਉਹਨਾਂ ਤੇ ਕਰਨੀ ਸੌਖੀ ਨਹੀਂ ਹੈ ਇੰਨੀ। ਚਾਹਨਾ ਤੁਸੀਂ ਇਹਦੇ ਬਾਰੇ ਕੁਝ ਕਹਿਣਾ? ਮੈਂ ਸਾਹਿਬ ਦੀ ਗੱਲ ਦੀ ਤਾਇਦ ਕਰਨੀ ਸੀਗੀ ਕਿ ਕਿਸਾਨ ਮੋਰਚੇ ਦੀ ਜਿੱਤ ਤੋਂ ਬਾਅਦ ਇਹ ਅਗਲੀ ਬਹੁਤ ਵੱਡੀ ਜਿੱਤ ਲੋਕਾਂ ਦੀ ਆ। ਉਹਨਾਂ ਨੇ ਜਿਹੜਾ ਇਹ ਬਦਲ ਬਣਾਉਣਾ ਸਿੱਖ ਲਿਆ ਆ, ਹਨਾ। ਔਰ ਇਹ ਲੋਕ ਜਿਹੜੇ ਨਾ ਇਹ ਜਦੋਂ ਫੈਸਲਾ ਲੈਂਦੇ ਆ, ਜਾਂ ਜੇ ਲੋਕਾਂ ਨੇ ਇਹ ਵਿੱਚ ਵਿਚਾਲੇ ਵੀ ਐਸੀ ਸਿਚੁਏਸ਼ਨ ਕ੍ਰੀਏਟ ਕਰ ਸਕਦੇ ਆ ਕਿ ਜੇ ਬਿਲਕੁਲ ਗਲਤ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਲੋਕਾਂ ਨੂੰ ਇਹ ਕੰਮ ਕਰਨਾ ਆ ਗਿਆ ਆ ਕਿ ਟਿਕਾਣੇ ਕਿਸ ਤਰ੍ਹਾਂ ਲੈ ਕੇ ਆਉਣਾ। ਸੋ ਇਸ ਕਰਕੇ ਮੈਂ ਇਹ ਸੋਚਦਾ ਕਿ ਇੱਕ ਅੱਛਾ ਟ੍ਰੈਂਡ ਆ, ਔਰ ਇਹ ਕੁਝ ਕਰ ਸਕਦੇ ਕਿ ਨਹੀਂ ਕਰ ਸਕਦੇ ਇਸ ਨੂੰ ਲੋਕ ਫਿਰ ਵੀ ਸੰਭਾਲ ਲੈਣਗੇ ਜਦੋਂ ਲੋੜ ਪਏਗੀ। ਮੈਂ ਇਹ ਸਮਝਦਾ ਕਿ ਪਹਿਲੀ ਗੱਲ ਇਹ ਕਿ ਨਵੀਂ ਜਿਹੜੀ ਸਰਕਾਰ ਬਣੀ ਆ ਜਾਂ ਭਗਵੰਤ ਮਾਨ ਹੈਗਾ ਆ, ਉਹਨੂੰ ਇੱਕ ਵਾਰ ਤਾਂ ਵਧਾਈ ਦੇ ਦੇਣੀ ਚਾਹੀਦੀ ਤੇ ਕਹਿਣਾ ਚਾਹੀਦਾ ਹੈ ਵੀ ਇਹ ਉਮੀਦ ਤੇ ਪੂਰਾ ਉਤਰੇ ਹੁਣ ਲੋਕਾਂ ਦੀ, ਤੇ ਜਿਹੜਾ ਵੀ ਉਹਨੂੰ ਮੈਂਡੇਟ ਲੋਕਾਂ ਨੇ ਦਿੱਤਾ, ਇਹ ਨਹੀਂ ਕਿ ਪਾਰਟੀ ਨੇ ਦਿੱਤਾ। ਆ ਜਿਹੜੀ ਛੇਤਰਾ ਸਾਹਿਬ ਨੇ ਗੱਲ ਉਠਾਈ ਨਾ, ਉਹ ਮੈਂ ਵੀ ਦੇਖੀ ਆ, ਉਹ ਬੜਾ ਅਜੀਬ ਲੱਗਦਾ ਆ ਕਿ ਮੈਂਡੇਟ ਲੋਕਾਂ ਨੇ ਦਿੱਤਾ ਆ, ਉੱਥੇ ਨਹੀਂ ਜਿੱਥੇ ਪੈਰੀਂ ਹੱਥ ਲਾਏ। ਨਹੀਂ ਤਾਂ ਕਮੇਡੀਅਨ ਦਾ ਮਜ਼ਾਕ ਲੋਕਾਂ ਨੇ ਕਿਵੇਂ ਉਡਾਉਣਾ ਆਪਾਂ ਨੂੰ ਪਤਾ ਹੀ ਆ ਵੀ, ਕਿਉਂਕਿ ਉਹ ਵੀ ਤਾਂ ਕਿਸੇ ਨਾਲ ਉਹਨੇ ਘੱਟ ਨਹੀਂ ਗੁਜ਼ਾਰੀ ਹੋਈ ਨਾ। ਇਹਦੇ ਵਿੱਚ ਇੱਕ ਹੁਣ ਆਖਰੀ ਟਿੱਪਣੀ, ਆਪਣੀ ਸਮਾਂ ਖਤਮ ਹੋ ਰਿਹਾ। ਜਸਪਾਲ ਜੀ ਤੁਸੀਂ ਸ਼ੁਰੂ ਕਰ ਲਓ, ਸਿੱਧੂ ਸਾਹਿਬ ਤੇ ਫਿਰ ਚਾਨਾ ਜੀ, ਜੋ ਵੀ ਤੁਹਾਡੇ ਤੁਸੀਂ ਇਹਨੂੰ ਸਮ ਅਪ ਕਰਨਾ ਚਾਹੁੰਦੇ ਜਿਸ ਤਰ੍ਹਾਂ ਵੀ। ਮੈਂ ਦੋ ਜਸਪਾਲ ਹੈ ਨਾ, ਕਿੰਨਾਂ ਨੂੰ ਕਹਿ ਛੇਤਰੇ ਦੀ ਗੱਲ ਹੋ ਰਹੀ ਆ। ਅੱਛਾ, ਮੈਂ ਇਹਨੂੰ ਫਿਰ ਛੇਤਰਾ ਸਾਹਿਬ ਤੋਂ ਸ਼ੁਰੂ ਕਰ ਲਓ। ਹਾਂ, ਇੱਥੋਂ ਸ਼ੁਰੂ ਕਰ ਰਹੇ ਹਾਂ। ਮੈਂ ਫਿਰ ਉਸ ਗੱਲ ਤੇ ਥੋੜਾ ਹੁਣ ਸੀਰੀਅਸ ਨੋਟ ਤੇ ਖਤਮ ਕਰਨਾ ਚਾਹੂੰਗਾ ਕਿ ਚੁਣੌਤੀਆਂ ਜਿਹੜੀਆਂ ਉਹ ਬਹੁਤ ਵੱਡੀਆਂ ਹੈਗੀਆਂ, ਛੋਟੀਆਂ ਨਹੀਂ ਹੈਗੀਆਂ। ਪੰਜਾਬ ਜਿਹੜਾ ਨਾ ਉਹ ਜਿਹੀ ਸਥਿਤੀ 'ਚ ਹੈ ਕਿ ਉਹਦੇ ਹੱਥ ਬੰਨੇ ਹੋਏ ਆ ਤੇ ਉਹਨੂੰ ਕੁਛ ਕਰਨਾ ਚਾਹੁੰਦਾ। ਠੀਕ ਆ, ਬੰਨੇ ਹੋਏ ਹੱਥਾਂ ਨਾਲ ਪੰਜਾਬ ਖੜਾ ਹੋਇਆ। ਉਹ ਜਿਹੜੀ ਛਟਪਟਾਹਟ ਹੈ ਨਾ ਉਹਦਾ ਕੋਈ ਨਾ ਕੋਈ ਹੱਲ ਕੱਢਣਾ ਪੈਣਾ। ਖੇਤੀ ਦਾ ਮਾਡਲ ਹੈ, ਦੇਖੋ ਖੇਤੀ ਪ੍ਰਧਾਨ ਸੂਬਾ, ਫੂਡ ਪ੍ਰੋਸੈਸਿੰਗ ਇੰਡਸਟਰੀ ਜ਼ੀਰੋ ਹੈ, ਕੋਲਡ ਸਟੋਰੇਜ ਦੀ ਚੇਨ ਜਿਹੜੀ ਸਿੱਧੂ ਹੋਣਾ ਨੂੰ ਕਿਸੇ ਨੇ ਸੀਰੀਅਸਲੀ ਨਹੀਂ ਲਿਆ। ਮੈਂ ਉਹਦੇ ਤੇ ਗੱਲ ਕਰਨਾ ਚਾਹੂੰਗਾ ਕਿ ਉਹਦੀ ਜ਼ਰੂਰਤ ਹੈ। ਬਾਰਡਰ ਨਾਲ ਵਪਾਰ ਖੋਲ੍ਹਣਾ ਪੰਜਾਬ ਦਾ ਹੀ ਨਹੀਂ, ਪੂਰੇ ਨਾਰਥ ਇੰਡੀਆ ਦੀ ਜ਼ਰੂਰਤ ਹੈ। ਜੇ ਤੁਸੀਂ ਵਪਾਰ ਉਧਰ ਨੂੰ ਕਲਕੱਤੇ ਤੱਕ ਕਰਨਾ, ਚੇਨਈ ਤੱਕ ਕਰਨਾ, ਤਾਂ ਇੱਧਰ ਨੂੰ ਵੀ ਤੁਹਾਨੂੰ 5000 2000 4000 ਕਿਲੋਮੀਟਰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਨਾ ਜੀ, ਜੇ ਤੁਸੀਂ ਵਾਇਬਲ ਮਾਡਲ ਕੋਈ ਪੰਜਾਬ ਦਾ ਬਣਾਉਣਾ। ਪਰ ਇਹ ਸਾਰੇ ਦਾਰੋਮਦਾਰ ਦੇ ਵਿੱਚ ਜਿਹੜੇ ਮੁੱਦੇ ਆ ਉਹ ਗਾਇਬ ਰਹੇ, ਏਜੰਡਾ ਗਾਇਬ ਰਿਹਾ। ਏਜੰਡਾ ਹੁਣ ਵੀ ਜੇ ਨਾ ਬਣਿਆ ਤਾਂ ਬੜੀ ਜਲਦੀ ਜਿਹੜਾ ਹੈ ਨਾ ਹਾਲਾਤ ਫੇਰ ਬਦਲਣ ਦਾ ਟਾਈਮ ਹੀ। ਹਾਂਜੀ ਸਿੱਧੂ ਸਾਹਿਬ, ਇਹ ਬਿਲਕੁਲ ਠੀਕ ਹੈ, ਉਹ ਏਜੰਡਾ ਗਾਇਬ ਹੈ ਸਾਰਾ। ਆ ਸਾਰੀ ਗੱਲਬਾਤ ਦੇ ਵਿੱਚੋਂ ਸਪੀਚ ਜਿਹੜੀ ਆ ਹੁਣ ਪਹਿਲੀ ਕੀਤੀ ਹੈ ਇਹਨੇ, ਅੱਜ ਵੀ ਕੀਤੀ ਹੈ ਭਗਵੰਤ ਨੇ ਮਾਨ ਨੇ, ਤੇ ਇਹਦੇ ਸਾਰੀ ਗੱਲ ਦੇ ਵਿੱਚ ਇਹ ਏਜੰਡੇ ਹੀ ਹੈ ਨਹੀਂ ਜਿਹੜੇ ਕਿ ਪੰਜਾਬ ਦੇ ਵਿੱਚ ਰੀਜਨਲਿਜ਼ਮ ਦੀ, ਖੇਤਰੀਵਾਦ ਦੀ ਟੱਚ ਦੇਣੀ ਪਊਗੀ, ਉਹ ਜਿਹੜਾ ਫੈਡਰਲ ਸਟਰਕਚਰ ਦੇ ਵਿੱਚ ਹੈ। ਪਰ ਜਿਸ ਤਰੀਕੇ ਦਾ ਦਿੱਲੀ ਦੀ ਉਹਦੀ ਹੈੱਡਕੁਆਟਰ ਦਾ ਹਾਈ ਕਮਾਂਡ ਦਾ ਜਿਹੜਾ ਇੰਟਰਸਟ ਹੈ, ਉਹਦੇ ਵਿੱਚ ਇਹ ਬਹੁਤ ਵੱਡੀ ਕੰਟਰਾਡਿਕਸ਼ਨ ਲੱਗਦੀ ਹੈ ਉਹਦੇ ਵਿੱਚ ਨਾਲ ਵੀ। ਇਹ ਛੇਤੀ ਹੀ ਸਾਰਾ ਕੰਟਰਾਡਿਕਸ਼ਨ ਸਭ ਲੋਕਾਂ ਦੇ ਸਾਹਮਣੇ ਆ ਜਾਊਗੀ। ਪਰ ਅਸੀਂ ਉਮੀਦ ਕਰਦੇ ਹਾਂ ਵੀ ਚਲੋ ਉਹਦੇ ਵਿੱਚ ਕੁਛ ਨਾ ਕੁਛ ਸੁਧਾਰ ਹੋਊ, ਤੇ ਪਹਿਲੇ ਨੂੰ ਤੋੜਿਆ ਤੇ ਉਹਦੇ ਨਾਲੋਂ ਕੁਛ ਬੈਟਰ ਹੋਣ ਦੀ ਕੁਛ ਤਾਂ ਉਮੀਦ ਹੈ, ਬਾਕੀ ਫਿਰ ਸਾਂਭ ਲਿਆ ਜਾਏਗਾ ਬਾਅਦ ਚ। ਚਾਹਨਾ ਜੀ ਤੁਹਾਡਾ? ਦੋ ਗੱਲਾਂ ਕਰਨੀਆਂ। ਇੱਕ ਤਾਂ ਭਗਵੰਤ ਮਾਨ ਦਾ ਜਿਹੜਾ ਪੈਂਦੀ ਸੱਟੇ ਜਿਹਨੂੰ ਕਹਿੰਦੇ ਪੰਜਾਬੀ 'ਚ, ਕਿ ਇਹ ਜਵਾਬ ਸੀ ਕਿ ਵੀ ਕੀ ਕਰੋਗੇ। ਉਹ ਕਹਿੰਦੇ ਬੇਰੁਜ਼ਗਾਰੀ ਦਾ ਮਸਲਾ ਉਹਨੇ ਉਠਾਇਆ, ਉਹਨੂੰ ਐਕਸਪਲੇਨ ਵੀ ਕੀਤਾ। ਇਹ ਬੇਰੁਜ਼ਗਾਰੀ ਇੱਕ ਐਸਾ ਮਸਲਾ ਹੈ ਜਿਹੜਾ ਅਸਲ ਵਿੱਚ ਵਿਵਸਥਾ 'ਚ ਚੇਂਜ ਚਾਹੁੰਦਾ ਆ, ਐਵੇਂ ਨਹੀਂ ਰੁਜ਼ਗਾਰ ਨਿਕਲ ਆਉਣੇ। ਕੀ ਉਹ ਵਿਵਸਥਾ ਚੇਂਜ ਕਰ ਲਊਗਾ? ਇੱਥੋਂ ਹੀ ਆਹ ਛੇਤਰਾ ਸਾਹਿਬ ਦਾ ਸ਼ੱਕ ਪੈਦਾ ਹੁੰਦਾ ਵੀ ਇਹ ਕੁਛ ਕਰ ਨਹੀਂ ਹੋਣਾ ਜੇ ਇਹ ਹਵਾ 'ਚ ਆ ਗੱਲ। ਇਹ ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਕਿ ਬੇਰੁਜ਼ਗਾਰੀ ਦੂਰ ਕਰ ਦੇਵਾਂਗੇ। ਹੁਣ ਉਹ
ਮੁੱਖ ਮੰਤਰੀ ਦੀ ਸੀਟ ਤੇ ਬੈਠ ਗਿਆ, ਜੇ ਉਹ ਬੇਰੁਜ਼ਗਾਰੀ ਦੂਰ ਕਰਨੀ ਚਾਹੁੰਦਾ ਤਾਂ ਪੰਜਾਬ ਦੀ ਆਰਥਿਕ ਰਾਜਨੀਤਿਕ ਵਿਵਸਥਾ 'ਚ ਪਰਿਵਰਤਨ ਕਰਨਾ ਪੈਣਾ ਆ। ਉਹ ਕੀ ਉਹ ਕਿਹੜਾ ਮਾਡਲ ਆ? ਦੂਜੀ ਗੱਲ ਕਹਿਣੀ ਚਾਹੁੰਦਾ ਨਟਸ਼ੈਲ ਕਿ ਪੰਜਾਬ ਜਿਹੜਾ ਰਾਜਨੀਤਿਕ ਚੇਤਨਾ ਦੇ ਅਗਲੇ ਪੜਾਅ 'ਚ ਸ਼ਾਮਲ ਹੋ ਗਿਆ ਆ। ਹੁਣ ਉੱਥੋਂ ਪਿੱਛੇ ਮੁੜਨ ਦਾ ਕੋਈ ਚਾਂਸ ਨਹੀਂ, ਹੁਣ ਇਹਨੇ ਅੱਗੇ ਹੀ ਜਾਣਾ। ਸ਼ੁਕਰੀਆ। ਕਿਉਂਕਿ ਜਦੋਂ ਉਦਾਂ ਦੀਆਂ ਕਾਂਕਸ਼ਾਵਾਂ ਜਿਹੜੀਆਂ ਨਾ ਟੁੱਟਦੀਆਂ ਤੇ ਮਰਦੀਆਂ, ਤੇ ਉਹ ਅਸੀਂ ਪਹਿਲਾਂ ਦੇਖ ਚੁੱਕੇ ਆ ਵੀ ਉਹਦੇ ਚੋਂ ਨਿਕਲਦਾ ਕੀ ਹੈ। ਜੀ ਜੀ, ਇੱਥੇ ਹੀ ਅਸੀਂ ਅੱਜ ਦੀ ਚਰਚਾ ਨੂੰ ਸਮਾਪਤ ਕਰਾਂਗੇ, ਪਰ ਅਸੀਂ ਇਹ ਜ਼ਰੂਰ ਹੈ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਹੈ, ਲੋਕਾਂ ਨੂੰ ਵੀ ਇਸ ਗੱਲ ਦੀ ਵਧਾਈ ਦਿੰਦੇ ਆ ਤੇ ਆਮ ਪਾਰਟੀ ਨੂੰ ਵੀ ਵਧਾਈ ਦਿੰਦੇ ਆ ਤੇ ਭਗਵੰਤ ਮਾਨ ਨੂੰ ਵੀ ਵਧਾਈ ਦਿੰਦੇ ਆ। ਤਾਂ ਇਹ ਜ਼ਰੂਰ ਹੈ ਕਿ ਉਹਨਾਂ ਦੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ, ਉਹ ਚੁਣੌਤੀਆਂ ਨੂੰ ਕਿੱਦਾਂ ਸਰ ਕਰਦੇ ਆ ਤੇ ਲੋਕਾਂ ਦੀਆਂ ਆਸਾਂ ਤੇ ਕਿੱਦਾਂ ਪੂਰਾ ਉਤਰਦੇ ਆ, ਉਹਦਾ ਅਸੀਂ ਸੰਖੇਪ 'ਚ ਚਰਚਾ ਕਰਨ ਦਾ ਯਤਨ ਕੀਤਾ ਹੈ। ਤੇ ਸਾਨੂੰ ਦੋਸਤੋ ਲੱਗਦਾ ਹੈ ਕਿ ਤੁਹਾਨੂੰ ਇਹ ਸਾਡੀ ਚਰਚਾ ਪਸੰਦ ਆਈ ਹੋਏਗੀ। ਜੇ ਸਾਡੀ ਇਹ ਚਰਚਾ ਤੁਹਾਨੂੰ ਪਸੰਦ ਆਈ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਸ਼ੇਅਰ ਵੀ ਕਰਨਾ ਆਪਣੇ ਦੋਸਤਾਂ ਨਾਲ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਤੇ ਆਖਰ 'ਚ ਇਹ ਜ਼ਰੂਰ ਅਪੀਲ ਹੈ ਕਿ ਦੋਸਤੋ ਇਸ ਚਰਚਾ ਦੇ ਬਾਰੇ ਜੇ ਕੋਈ ਤੁਹਾਡੀ ਟਿੱਪਣੀ ਹੋਵੇ, ਤੁਹਾਡਾ ਕੋਈ ਪ੍ਰਤੀਕਰਮ ਹੋਵੇ, ਉਹ ਜ਼ਰੂਰ ਸਾਡੇ ਤੱਕ ਪੁੱਜਦਾ ਕਰਿਓ। ਸਾਡੇ ਫੇਸਬੁੱਕ ਪੇਜ ਤੇ ਜਾ ਕੇ ਤੁਸੀਂ ਉਹ ਸਾਨੂੰ ਟਿੱਪਣੀ ਵੀ ਆਪਣੀ ਭੇਜ ਸਕਦੇ ਹੋ, ਆਪਣਾ ਪ੍ਰਤੀਕਰਮ ਵੀ ਭੇਜ ਸਕਦੇ ਹੋ, ਤਾਂ ਜੋ ਅਸੀਂ ਜਿਹੜੀ ਅਗਲੀ ਚਰਚਾ ਹੋਵੇ ਤਾਂ ਉਹਦੇ 'ਚ ਜਿਹੜੇ ਤੁਹਾਡੇ ਪ੍ਰਤੀਕਰਮ ਹੈ ਉਹਨਾਂ ਨੂੰ ਲੈ ਕੇ ਵੀ ਗੱਲ ਅੱਗੇ ਵਧਾ ਸਕੀਏ। ਧੰਨਵਾਦ ਦੋਸਤੋ, ਤੁਹਾਡਾ ਬਹੁਤ ਬਹੁਤ। ਸਿੱਧੂ ਸਾਹਿਬ, ਛੇਤਰਾ ਜੀ, ਚਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸ਼ੁਕਰੀਆ। ਸ਼ੁਕਰੀਆ ਜੀ।